तब गुण कहा जगत गुरा, जो कर्म न नासे। ਸਿੰਘ ਸਰਨ ਕਤ ਜਾਈਏ, ਜੋ ਜੰਬੁਕ ਗਰਾਸੇ। ਇਹ ਰਹਾਉ ਦੀ ਤੁਕ ਹੈਗੀ। ਉਹ ਕਹਿੰਦੇ ਨੇ ਕਿ ਸਿੰਘ ਦੀ, ਲਾਇਨ ਦੀ, ਸਿੰਘ ਦੀ ਸ਼ਰਨ ਵਿੱਚ ਕਿਉਂ ਜਾਈਏ? ਅਗਰ ਸਾਨੂੰ ਭੇੜੀਆ ਨਹੀਂ ਬਚਾ ਸਕਦਾ, ਅਸੀਂ ਭੇੜੀਆ ਤੋਂ ਨਹੀਂ ਬਚਾ ਸਕਦਾ। ਸੋ ਇੱਕ ਸ਼ੇਰ ਦੀ ਸ਼ਰਨ ਵਿੱਚ ਤਾਂ ਹੀ ਜਾਈਏ ਨਾ ਕਿ ਭੇੜੀਆ ਤੋਂ ਬਚਾਏਗਾ ਸਾਨੂੰ। ਇਹ ਕਰਮਾਂ ਦੀ ਕੁਝ ਗੱਲ ਹੋ ਰਹੀ ਹੈ। ਏਕ ਬੂੰਦ ਜਲ ਕਾਰਨੇ, ਚਾਤਰਿਕ ਦੁੱਖ ਪਾਵੇ। ਕਹਿੰਦੇ ਨੇ ਇੱਕ ਬੂੰਦ ਦੇ ਕਾਰਨ, ਚਾਤਰਿਕ ਉਹ ਪੰਛੀ ਹੈ ਜਿਹੜਾ ਸਾਰਾ ਸਾਲ ਪਾਣੀ ਨਹੀਂ ਪੀਂਦਾ, ਨਾ ਨਦੀ ਤੋਂ ਪੀਂਦਾ ਨਾ ਤਲਾਬ ਤੋਂ ਪੀਂਦਾ ਹੈ, ਤੇ ਸਵਾਤੀ ਬੂੰਦ ਜਿਹੜੀ ਬਾਰਿਸ਼ ਤੋਂ ਬੂੰਦ ਆਉਂਦੀ ਹੈ ਉਹੀ ਪਾਣੀ ਪੀਂਦਾ ਹੈ। ਉਹ ਕਹਿੰਦੇ ਨੇ ਉਹ ਦੁੱਖ ਸਹਿੰਦਾ ਬਹੁਤ ਕਿ ਉਹਨੂੰ ਇੱਕ ਬੂੰਦ ਮਿਲ ਜੇ। ਫਿਰ ਉਹ ਕਹਿ ਰਹੇ ਕਿ ਸਮੇਂ ਸਿਰ ਮਿਲ ਜਾਏ ਤਾਂ ਤੇ ਉਹਦਾ ਲਾਭ ਹੈ। ਪ੍ਰਾਣ ਗਏ ਸਾਗਰ ਮਿਲੇ, ਫੁਨ ਕਾਮ ਨਾ ਆਵੇ। ਅਗਰ ਸਮੇਂ ਸਿਰ ਨਹੀਂ ਮਿਲਿਆ ਤੇ ਸਰੀਰ ਚਲਾ ਗਿਆ ਤੇ ਸਾਗਰ ਵੀ ਮਿਲ ਗਿਆ ਤਾਂ ਫਿਰ ਕੀ ਕੰਮ ਆਣਾ ਹੈ। ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵਿਓ। ਕਹਿੰਦੇ ਨੇ ਉਮਰ ਹੋ ਗਈ, ਪ੍ਰਾਣ ਥੱਕ ਗਏ, ਜ਼ਿਆਦਾ ਸਮਾਂ ਨਹੀਂ ਰਹਿ ਗਿਆ, ਮੈਂ ਕਿਉਂ ਪੇਸ਼ੈਂਟ ਹੋਵਾਂ, ਕਿਉਂ ਮੈਂ ਉਡੀਕ ਰੱਖਾਂ, ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈ। ਬੜ ਮੂਏ ਨਾਇਕਾ ਮਿਲੇ, ਕਹੋ ਕਹਾ ਚੜਾਵਿਓ। ਕਹਿੰਦੇ ਡੁੱਬ ਕੇ ਮਰ ਗਿਆ ਅਗਰ, ਉਸ ਤੋਂ ਬਾਅਦ ਕਿਸ਼ਤੀ ਮਿਲੀ ਤਾਂ ਕਿਸ ਨੂੰ ਚੜਾਈਏ ਉਸ ਤੇ? ਜਦੋਂ ਚੜਨ ਵਾਲਾ ਹੀ ਪੂਰਾ ਹੋ ਗਿਆ, ਸਮਾਂ ਹੀ ਨਿਕਲ ਗਿਆ, ਅਵਸਰ ਨਿਕਲ ਗਿਆ। ਮੈਂ ਨਹੀਂ ਕਿਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਇਹ ਤੇ ਬੜਾ ਕਲੀਅਰ ਹੈ ਸ਼ਬਦ ਕਿ ਮੈਂ ਵੀ ਨਹੀਂ ਹਾਂ, ਕੁਛ ਮੇਰਾ ਨਹੀਂ ਹੈ, ਔਰ ਮੇਰੀ ਕੋਈ ਆਇਡੈਂਟਿਟੀ ਵੀ ਨਹੀਂ ਹੈ। ਅਵਸਰ ਲੱਜਾ ਰਾਖ ਲੈ, ਸਦਨਾ ਜਨਤੋਰਾ। ਸਦਨਾ ਭਗਤ ਕਹਿੰਦੇ ਹੈ ਕਿ ਮੈਨੂੰ ਮੇਰਾ ਅਵਸਰ, ਮੇਰਾ ਮੌਕਾ ਮਿਲਿਆ ਹੈ, ਕਿਰਪਾ ਕਰ ਕਿ ਮੈਨੂੰ ਰੱਖ ਲੈ ਤੂੰ। ਇਹ ਅਰਦਾਸ ਨਾਲ ਲਾਸਟ ਲਾਈਨ ਅਰਦਾਸ ਦੀ ਹੈ। ਇਸ ਸ਼ਬਦ ਦੀ ਵਿਆਖਿਆ ਵਿੱਚ ਉਤਰਨ ਤੋਂ ਪਹਿਲਾਂ ਮੈਂ ਆਪ ਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਉਣਾ ਚਾਹੁੰਦਾ, ਸੋ ਦੈਟ ਇਟ ਕੈਨ ਟ੍ਰਿਗਰ ਯੋਰ ਇਮੈਜੀਨੇਸ਼ਨ। ਕਿਉਂਕਿ ਇਸ ਸ਼ਬਦ ਦੇ ਵਿੱਚ ਇੱਕ ਬੜਾ ਭੇਦ ਆਏਗਾ ਜਿਹੜਾ ਅੱਗੇ ਚੱਲ ਕੇ ਆਏਗਾ, ਔਰ ਉਸ ਨੂੰ ਸਮਝਾਉਣ ਦਾ ਤਰੀਕਾ ਜਿਹੜਾ ਹੈ ਉਹ ਮੈਂ ਸਮਝਦਾ ਕਿ ਅਗਰ ਇਹ ਕਹਾਣੀ ਸੁਣੀ ਜਾਏ, ਮੇ ਬੀ ਈਜ਼ੀਅਰ ਟੂ ਅੰਡਰਸਟੈਂਡ। ਸਟੋਰੀ ਇਸ ਤਰ੍ਹਾਂ ਹੈ ਕਿ ਮਾਂ ਪਿਓ ਦੇ ਦੋ ਬੱਚੇ ਹੈਗੇ, ਔਰ ਦੋਨਾਂ ਨੂੰ ਉਹਨਾਂ ਨੇ ਦੂਰ ਭੇਜਣਾ ਹੈ, 500-600 ਕਿਲੋਮੀਟਰ ਦੂਰ, ਪੁਰਾਣਾ ਸਮਾਂ ਹੈ। ਉਹ ਬੱਚਿਆਂ ਨੂੰ ਅਲੱਗ-ਅਲੱਗ ਡਾਇਰੈਕਸ਼ਨ ਵਿੱਚ ਭੇਜਣਾ ਹੈ ਕਿਸੇ ਕੰਮ ਲਈ, ਔਰ ਦੋਨਾਂ ਨੂੰ ਉਹਨਾਂ ਨੂੰ ਡਾਇਰੈਕਸ਼ਨ ਲਿਖ ਕੇ ਦਿੰਦੇ ਨੇ ਕਾਗਜ਼ ਤੇ ਨਾਲ ਉਹ ਹਾਊ ਟੂ ਸਰਵਾਈਵ ਉਹ ਲਿਖ ਕੇ ਵੀ ਦਿੰਦੇ ਨੇ ਬੱਚਿਆਂ ਨੂੰ। ਔਰ ਉਹ ਕਹਿੰਦੇ ਨੇ ਕਿ ਹਰ 1000 ਸਪੋਜ਼ 5000 ਕਿਲੋਮੀਟਰ ਜਾ ਰਹੇ ਜਾਂ 1000 ਕਿਲੋਮੀਟਰ ਜਾ ਰਹੇ, ਕਿ ਹਰ 50 ਕਿਲੋਮੀਟਰ ਬਾਅਦ ਸਾਨੂੰ ਸੁਨੇਹਾ ਭੇਜ ਦੇਈ, ਇਸ ਬੰਦੇ ਦੇ ਹੱਥ ਦੇ ਦੇਈ, ਸੋ ਦੈਟ ਵੀ ਨੋ ਐਂਡ ਯੂ ਆਰ ਇਨ ਟੱਚ ਵਿਦ ਅਸ। ਦੋਨੋਂ ਬੱਚਿਆਂ ਨੂੰ ਕਾਮਨ ਇਨਸਟਰਕਸ਼ਨ ਹੁੰਦੀਆਂ, ਦੋਨਾਂ ਨੂੰ ਖਾਣਾ ਦਿੰਦੇ ਹੈ, ਪਿਆਰ ਦਿੰਦੇ ਹੈ, ਬੱਚੇ ਆਪਣੇ ਰਾਹ ਚੱਲਦੇ ਹੈ, ਇੱਕ ਡਾਇਰੈਕਸ਼ਨ ਜਾਂਦਾ, ਦੂਜਾ ਦੂਜੀ ਡਾਇਰੈਕਸ਼ਨ ਜਾਂਦਾ। ਨਿਕਲਦੇ ਹੀ ਇੱਕ ਬੱਚਾ ਕਾਗਜ਼ ਇਨਸਟਰਕਸ਼ਨਸ ਫਾੜ ਕੇ ਸਿੱਟ ਦਿੰਦਾ। ਉਹ ਇਹ ਕਹਿੰਦਾ ਜੀ ਮੈਨੂੰ ਤਾਂ ਆਈ ਨੋ ਦ ਵੇ, ਰੂਟ ਇਜ਼ ਵੈਰੀ ਕਲੀਅਰ, ਪਹੁੰਚਣਾ ਮੈਂ ਆਪਣੇ ਆਪ ਪਹੁੰਚ ਜਾਵਾਂਗਾ। ਔਰ ਉਹ ਐਕਚੁਅਲੀ ਉਸ ਰਸਤੇ ਤੇ ਜਾਂਦਾ ਹੀ ਨਹੀਂ, ਹੀ ਫਾਈਂਡਸ ਅ ਨਿਊ ਵੇ ਐਂਡ ਸਟਾਰਟਸ ਵਾਕਿੰਗ ਹਿਜ਼ ਓਨ ਪਾਥ। ਦੂਸਰਾ ਬੱਚਾ ਪੂਰੀ ਇਨਸਟਰਕਸ਼ਨਸ ਫੋਲੋ ਕਰਦਾ, ਰਸਤਾ ਉਹ ਵੀ ਭੁੱਲ ਜਾਂਦਾ, ਬਟ ਉਹ ਇਨਸਟਰਕਸ਼ਨਸ ਫੋਲੋ ਕਰਦਾ ਜਾਂਦਾ ਹੈ ਤੇ ਮਾਂ ਪਿਓ ਨੂੰ ਪਤਾ ਰਹਿੰਦਾ ਕਿ ਉਹ ਐਗਜ਼ੈਕਟਲੀ ਕਿੱਥੇ ਰਸਤਾ ਭੁੱਲਿਆ। ਗਲਤੀ ਦੋਨਾਂ ਦੀ ਹੈ, ਗਲਤ ਦੋਨਾਂ ਨੇ ਕੀਤਾ। ਇਹਨੂੰ ਖਿਆਲ 'ਚ ਰੱਖਣਾ, ਇਸ ਸ਼ਬਦ ਦੇ ਵਿੱਚ ਇਹਨੂੰ ਸਮਝਣਾ ਜ਼ਰੂਰੀ ਹੋਏਗਾ ਕਿ ਗੁਰੂ ਕਿਸ ਨੂੰ ਮਾਫ ਕਰੇਗਾ ਔਰ ਕਿਸ ਨੂੰ ਨਹੀਂ। ਭਗਤ ਵੀ ਇਸ ਦੁਨੀਆ 'ਚ ਆ ਕੇ ਗਲਤੀ ਕਰਦੇ ਆ, ਔਰ ਦੋ ਚੀਜ਼ਾਂ ਦੇ ਕਾਰਨ ਅਸੀਂ ਗ੍ਰਸਤ ਹਾਂ। ਸਾਡੀ એનર્ਜੀ ਸੈਪ ਹੋ ਜਾਂਦੀ ਹੈ, ਇੱਕ ਤਾਂ ਗਲਤੀ, ਔਰ ਇੱਕ ਉਹਦੀ ਗਿਲਟ, ਕਿਉਂਕਿ ਜੀਵਨ ਵਿੱਚ ਹਜ਼ੂਰੀ ਨਹੀਂ ਹੈ। ਹਜ਼ੂਰੀ ਮਤਲਬ એનર્ਜੀ ਇਜ਼ ਨਾਟ ਪ੍ਰੈਜ਼ੈਂਟ ਵਿਦ ਅਸ। ਸੋ ਗਿਲਟ ਨਾਲ ਡੀਲ ਕਰਨ ਦਾ ਵੀ ਸਾਡੇ ਕੋਲ ਬਹੁਤ ਜ਼ਿਆਦਾ ਕੋਈ ਮੈਥਡ ਨਹੀਂ ਹੈ। ਸਾਨੂੰ ਇਹ ਜ਼ਰੂਰ ਪਤਾ ਹੈ ਕਿ ਗਲਤੀ ਅਸੀਂ ਕਰ ਰਹੇ ਹਾਂ, ਔਰ ਇਹ ਗਲਤੀ
किस किस तरीके दी है, किस भाव दी है, वो वखरी गल है। जीवन विच दो साइकिल गुरु नानक साहब ने दसे है, करमी आवे कपड़ा नदरी मोख द्वार। कर्म दे साइकिल नूं भी समझाया है, पुन्नी पापी आखण ना है, कर कर करना लिख लै जाए। ਇਹ ਜੋ ਅਸੀਂ ਕਰਮ ਕਰਦੇ ਹਾਂ, ਫਰਜ਼ ਕਰੋ ਕੋਈ ਅਸੀਂ ਗਲਤ ਕਰਮ ਕੀਤਾ ਜਾਂ ਕੁਝ ਵੀ ਕੀਤਾ ਚੰਗਾ ਜਾਂ ਮਾੜਾ, ਉਹਦਾ ਰਿਫਲੈਕਸ਼ਨ ਲਿਖਿਆ ਜਾਂਦਾ ਹੈ। ਕਿੱਥੇ ਲਿਖਿਆ ਜਾਂਦਾ ਹੈ? ਸਾਡੇ ਮਨ ਦੇ ਅੰਦਰ ਹੀ ਲਿਖਿਆ ਜਾਂਦਾ ਹੈ। ਤੇ ਜਿਹੜਾ ਮਨ ਅਸੀਂ ਕੈਰੀ ਕਰ ਰਹੇ ਹਾਂ ਕਈ ਜਨਮਾਂ ਦਾ, ਜਾਂ ਇਸ ਜਨਮ ਦਾ, ਜਾਂ ਜਦੋਂ ਦਾ ਵੀ, ਕੋਈ ਪਿਛਲਾ ਜਨਮ ਮੰਨੇ ਨਾ ਮੰਨੇ, ਮੈਂ ਉਸ irrelevant, my present state has to do with all the baggage I am carrying, whether it be from whichever situation। ਤਾਂ ਅਗਰ ਦੁਨੀਆ ਸੋਚਦੀ ਹੈ ਕਿ ਜੀ ਮੈਂ ਮਾੜਾ ਕਰਦਾ ਤੇ ਅੱਗੇ ਮੈਨੂੰ ਮਾੜੇ ਕਰਮ ਹੋਣਗੇ, ਸਮੇਂ ਦੇ ਵਿੱਚ ਉਹ ਸ਼ਾਇਦ ਅੱਗੇ ਕਰਕੇ ਪਰਤੇ ਜਾਣਗੇ, ਸਮਝਣਾ। with time maybe it be happening later on, but the reflection of an action happens immediately in our mind. We carry it right from that moment onwards. It changes us immediately. ਸਾਡਾ ਅੰਦਰ ਦਾ ਬਣਤ ਉਸੇ ਵੇਲੇ ਬਦਲ ਜਾਂਦੀ ਹੈ। ਤੁਸੀਂ ਸੈਲਫਲੈਸਲੀ ਕੋਈ ਕੰਮ ਕੀਤਾ ਤਾਂ ਹੋਰ ਕੁਝ ਮਨ ਦੇ ਰੰਗ ਕੁਝ ਹੋਰ ਹੋ ਜਾਣਗੇ। ਆਪਨੇ ਵਿਰਾਗ ਵਿੱਚ ਕੋਈ ਕੰਮ ਕੀਤਾ, ਮਨ ਦੇ ਰੰਗ ਕੁਝ ਹੋਰ ਹੋ ਜਾਣਗੇ। ਅਸੀਂ ਸੈਲਫਿਸ਼ਲੀ ਕੁਝ ਕੰਮ ਕੀਤਾ, ਮਨ ਦੇ ਰੰਗ ਕੁਝ ਹੋਰ ਹੋ ਜਾਣਗੇ। ਅਸੀਂ ਗੁੱਸਾ ਕੀਤਾ, ਇੱਕ ਤਾਂ ਉਹ ਰਿਫਲੈਕਸ਼ਨ ਅੰਦਰ ਚਲਾ ਗਿਆ, ਇੱਕ ਬਾਹਰ ਵੀ ਉਸਨੇ ਕਿਸੇ ਨੂੰ ਰੀਇਨਫੋਰਸ ਕਰਤਾ, ਕਿਸੇ ਨੇ ਸਾਨੂੰ, ਤੂੰ ਤਾਂ ਬੜਾ ਗੁੱਸੇ ਵਾਲਾ ਹੈ। ਹੁਣ ਉਹ ਰੀਇਨਫੋਰਸ ਹੋ ਗਿਆ, ਹੁਣ ਮੈਂ ਵੀ ਉਹਨੂੰ ਰੀਇਨਫੋਰਸ ਕਰਦਾ ਜਾਵਾਂਗਾ, ਕਿਉਂਕਿ ਮੈਨੂੰ ਇਹ ਥਾਟ ਜਿਹੜੀ ਹੈ ਟਰਬਲ ਕਰੇਗੀ, ਮੈਂ ਗੁੱਸੇ ਵਾਲਾ। ਸੋ ਜਿਹੜੇ ਆਪਣੇ ਕਰਮ ਨੇ ਉਹਨਾਂ ਨੂੰ ਮੈਂ ਹੀ ਜੀਨਾ ਵਾ। ਆਈ ਲਿਵ ਥਰੂ ਮਾਈ ਓਨ ਐਕਸ਼ਨਸ, ਕਿਉਂਕਿ ਇਹ ਮੈਨੂੰ ਪਤਾ ਹੈ ਕਿ ਮੈਂ ਕਿਸੇ ਦੀ ਚੋਰੀ ਕੀਤੀ ਤੇ ਉਹ ਮੈਂ ਆਪਣੇ ਮਨ ਨੂੰ ਹੁਣ ਦੱਸਦਾ ਜਾਵਾਂਗਾ ਮੈਂ ਚੋਰ ਹਾਂ, ਮੇਰੀ ਆਈਡੈਂਟੀਟੀ ਬਣਨੀ ਸ਼ੁਰੂ ਹੋ ਗਈ। ਹੁਣ ਆਈ ਸਟਾਰਟਡ ਫਾਰਮਿੰਗ ਸੰਸਕਾਰਸ, ਹੁਣ ਉੱਥੋਂ ਮੇਰਾ ਕੱਲ ਆਉਣਾ ਸ਼ੁਰੂ ਹੋ ਜਾਏਗਾ। ਪਰ ਮੇਰੀ ਟਰਬਲ ਤਾਂ ਉਸੇ ਮਿੰਟ ਸ਼ੁਰੂ ਹੋ ਗਈ ਜਦੋਂ ਕਰਮ ਹੋਇਆ, ਕਿਉਂਕਿ ਮੇਰੀ ਆਪਣੀ ਅੰਦਰ ਦਾ ਨੇਚਰ, ਮਨ ਦੀ ਬਣਤ ਉਸੇ ਵੇਲੇ ਬਣਨੀ ਸ਼ੁਰੂ ਹੋ ਗਈ। ਇਹ ਕਰਮਾਂ ਦਾ ਕੰਮ ਹੈ। ਮਹਾਰਾਜ ਕਹਿੰਦੇ ਨੇ ਕਿ ਪੁੰਨੀ ਪਾਪੀ ਆਖਣ ਨਾ ਹੈ। ਆਖਣ ਦੀ ਗੱਲ ਨਹੀਂ ਹੈ, ਕਰ ਕਰ ਕਰਨਾ ਲਿਖ ਲੈ ਜਾਏ। ਉਹ ਲਿਖਦਾ ਜਾਂਦਾ ਨਾਲ ਨਾਲ। ਕਿੱਥੇ ਲਿਖ ਰਿਹਾ? ਮਨ ਦੇ ਨਾਲ ਲਿਖ ਰਿਹਾ। ਫਿਰ that is how then I will attract various thoughts from the universal collective mind, depending on the color of my own identity। ਇਹ ਸਾਰੀ ਕੰਡੀਸ਼ਨਡ ਆਈਡੈਂਟੀਟੀ ਹੈ, ਇਹ ਸਭ ਕੰਡੀਸ਼ਨਡ ਮਾਈਂਡ ਹੈ। ਇਸ ਦੇ ਪਿੱਛੇ ਮਨ ਦਾ ਸੱਤ ਨਿਰੋਲ ਛਿਪਿਆ ਹੈ, ਜਿਸ ਦਾ ਕੋਈ ਵੀ ਅਕਸ ਨਹੀਂ ਪੈਂਦਾ ਕਿਸੇ ਚੀਜ਼ ਤੇ। that never changes, is always there in the inner recesses of my mind। but ਜਿਤਨਾ ਮੱਟੀ ਹੋਰ ਪੈਂਦੀ ਜਾਏਗੀ ਸ਼ੀਸ਼ੇ ਦੇ ਉੱਪਰ, ਉਤਨਾ ਉਹਦੀ ਰੀਚ ਦੂਰ ਚਲਦੀ ਜਾਏਗੀ। ਸਮਝ ਲਈਏ, a pond is murky, it's full of water, dirty water, I can't see the bottom of the pond। the dirtier the water, the more I can't see, and less dirty the water, the more I can see। और जब मैं अगर देख लिया, if I am able to see completely, then ਉਹ ਜਿਹੜੀ ਲੋਕ ਕਹਿੰਦੇ God realization, self actualization, I know God, basically ਆਨੰਦ ਦਾ ਝਰਨਾ ਫੁੱਟ ਜਾਏਗਾ ਮੇਰੇ ਜੀਵਨ ਵਿੱਚ, ਜਿਹੜਾ ਅਨਕੰਡੀਸ਼ਨਲੀ ਮੇਰੇ ਕੋਲ ਅਵੇਲੇਬਲ ਹੈ। ਜਿਹੜਾ ਮੈਂ ਜੋ ਸਮਝਾਉਂਦੇ ਨੇ ਵੱਡੇ ਕਿ ਸਿਰਫ ਝਾਤੀ ਮਾਰਾਂਗਾ ਤੇ ਆਨੰਦ ਵਿੱਚ ਚਲਾ ਜਾਵਾਂਗਾ, ਜਾਂ ਥੋੜਾ ਜਿਹਾ ਸਾਫ਼ ਕਰਨ ਦੀ ਲੋੜ ਹੈ, ਬਸ ਹਲਕਾ ਜਿਹਾ, ਔਰ ਪ੍ਰੇਮ ਦੀ ਕਹਾਣੀ ਚੱਲ ਪਏਗੀ। ਕਿਸ ਨਾਲ ਪ੍ਰੇਮ? ਕਿਸੇ ਵਸਤੂ ਨਾਲ ਨਹੀਂ, ਕਿਸੇ ਪਰਸਨੈਲਿਟੀ ਨਾਲ ਨਹੀਂ, ਕਿਸੇ ਸਿਚੁਏਸ਼ਨ ਨਾਲ ਨਹੀਂ, ਬਸ ਪ੍ਰੇਮ ਆਪਣੇ ਆਪ ਵਿੱਚ ਪਰਿਪੂਰਨ ਹੈ। ਨਾਮ ਆਪਣੇ ਆਪ ਵਿੱਚ ਪਰਿਪੂਰਨ ਹੈ। ਧਿਆਨ, ਨਾਮ, ਪ੍ਰੇਮ, ਜੋਤ। ਔਰ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਕਹੀ, ਅਨਾਹਦ ਨਾਦ। ਉਹ ਆਵਾਜ਼ ਜਿਹੜੀ ਬਿਨਾਂ ਦੋ ਇੰਸਟਰੂਮੈਂਟਸ ਦੇ ਆਏ, ਸਿਰਫ ਇੱਕੋ ਸੋਰਸ, ਯਾਨੀ ਸਾਊਂਡ ਵਿਦਾਊਟ ਸੋਰਸ, ਲਾਈਟ ਵਿਦਾਊਟ ਸੋਰਸ, ਹੈਪੀਨੈਸ ਵਿਦਾਊਟ ਰੀਜ਼ਨ, ਲਵ ਵਿਦਾਊਟ ਕਾਜ਼। ਇਹ ਮਨ ਦਾ ਤੱਤ ਹੈ, ਅਸਲ ਤੱਤ ਹੈ।
ਤਾਂ ਉਹ ਕਹਿੰਦੇ ਨੇ ਜਿਸਨੇ ਇਹਨੂੰ ਜਾਣ ਲਿਆ ਉਹਨੇ ਜੀਵਨ ਦਾ ਸੱਤ ਜਾਣ ਲਿਆ। ਉਸਨੇ ਸਾਰੀ ਦੁਨੀਆ ਦੀ ਕ੍ਰੀਏਸ਼ਨ ਦੇ ਰੀਜ਼ਨ, ਉਹਦੇ ਕਾਜ਼ਜ਼ ਸਾਰੇ ਐਕਚੁਅਲਾਈਜ਼ ਕਰ ਲਏ। ਜਿਹਦੇ ਲਈ ਉਹ ਆਇਆ ਹੈ, ਜੋ ਉਹ ਹੈ, ਉਹ ਜਾਣ ਲਿਆ। ਜਿਵੇਂ ਅਸੀਂ ਉਸ ਦਿਨ ਵਿਚਾਰਿਆ ਸੀ ਕਿ ਪੇੜ ਨੂੰ ਤਾਂ ਪਤਾ ਹੈ ਕਿ ਪੇੜ ਕੌਣ ਹੈ, ਬਟ ਇਨਸਾਨ ਨੂੰ ਨਹੀਂ ਪਤਾ ਕਿ ਇਨਸਾਨ ਅਸਲੀਅਤ ਕੀ ਹੈ, ਇਨਸਾਨ ਦੇ ਮਨ ਵਿੱਚ ਅਸਲ ਵਿੱਚ ਕੀ ਹੈ, ਉਹ ਨਹੀਂ ਜਾਣਦਾ ਇਨਸਾਨ। ਤਾਂ ਇੱਥੇ ਕਰਮ ਦੀ ਗੱਲ ਹੋ ਰਹੀ ਹੈ, ਕਰਮ ਦੇ ਸਾਈਕਲ ਦੀ ਗੱਲ ਹੋ ਰਹੀ ਹੈ। ਪਰ ਇਹ ਸ਼ਬਦ ਬੜਾ ਨਿਰਾਲਾ ਹੈ, ਕਿਉਂਕਿ ਇੱਥੇ ਉਹ ਕਹਿ ਰਹੇ ਹੈ ਕਿ ਨਿਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ। ਇੱਕ ਰਾਜੇ ਦੀ ਕੁੜੀ ਨਾਲ ਵਿਆਹ ਕਰਨ ਵਾਸਤੇ ਵਿਸ਼ਨੂੰ ਦਾ ਰੂਪ ਧਾਰ ਕੇ ਕਿਸੇ ਨੇ ਵਿਆਹ ਕਰ ਲਿਆ। ਔਰ ਉਹ ਕਥਾ ਇਹ ਹੈ ਕਿ ਕਿਸੇ ਸਮੇਂ ਆ ਕੇ ਉਹ ਗੱਲ ਖੁੱਲ ਗਈ, ਕਿਉਂਕਿ ਕੁਝ ਚਮਤਕਾਰ ਦੀ ਲੋੜ ਪਈ ਤੇ ਉਹਦੀ ਘਰਵਾਲੀ ਨੇ ਕਿਹਾ ਸਾਡੇ ਕੋਲ ਤਾਂ ਵਿਸ਼ਨੂੰ ਹੈ, ਵਿਸ਼ਨੂੰ ਸਭ ਕੁਝ ਕਰ ਸਕਦਾ ਹੈ। ਤੇ ਇਹ ਰੋਂਦਾ ਜਾਂਦਾ ਵਿਸ਼ਨੂੰ ਕੋਲ, ਉਹਦੇ ਅੱਗੇ ਰੋਂਦਾ ਹੈ, ਮਾਫੀਆਂ ਮੰਗਦਾ ਹੈ ਕਿ ਜੀ ਮੇਰੇ ਤੋਂ ਗਲਤੀ ਹੋ ਗਈ। ਤੇ ਵਿਸ਼ਨੂੰ ਪ੍ਰਗਟ ਹੋ ਕੇ ਉਹਨੂੰ ਮਾਫ ਵੀ ਕਰ ਦਿੰਦੇ ਆ ਤੇ ਚਮਤਕਾਰ ਵੀ ਕਰ ਦਿੰਦੇ ਆ। ਮਤਲਬ ਕੀ ਹੈ ਕਿ ਕਰਮ ਦੀ ਮਾਫੀ ਹੋ ਸਕਦੀ ਹੈ। ਮਤਲਬ ਕੀ ਹੈ ਕਿ ਕਰਮ ਜਿਹੜਾ ਹੈ, ਜੀਵਨ ਦੇ ਵਿੱਚ ਦੋ ਸਾਈਕਲ ਚੱਲਦੇ ਆ, ਇੱਕ ਕਰਮ ਦਾ, ਇੱਕ ਨਦਰ ਦਾ। ਔਰ ਨਦਰ ਦਾ ਸਾਈਕਲ ਇਸ ਸ਼ਬਦ ਦੇ ਵਿੱਚ ਜੋ ਪ੍ਰਗਟ ਰੂਪ ਵਿੱਚ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਨਦਰ ਦਾ ਸਾਈਕਲ ਕਰਮ ਦੇ ਸਾਈਕਲ ਤੋਂ ਉੱਪਰ ਹੈ। ਹੁਣ ਅਸੀਂ ਗੱਲ ਪਹਿਲੇ ਵਿਚਾਰੀ ਸੀ, ਬਾਬਾ ਬਿਧੀ ਚੰਦ ਗੁਰੂ ਅਰਜਨ ਸਾਹਿਬ ਦੇ ਵੇਲੇ ਦੇ ਇੱਕ ਧਾੜਵੀ ਆਦਮੀ, ਇੱਕ ਚੋਰ ਆਦਮੀ ਗੁਰੂ ਮਹਾਰਾਜ ਨੂੰ ਮਿਲਣ ਗਏ ਤੇ ਗੁਰੂ ਨੇ ਇਹ ਨਹੀਂ ਕਿਹਾ ਤੇਰੇ ਕਰਮ ਮਾੜੇ ਨੇ ਭਾਈ ਤੂੰ ਤਾਂ ਜਾ। ਗੁਰੂ ਨੇ ਇਹ ਕਿਹਾ, ਔਰ ਉਹ ਵੀ ਸੱਚੇ ਸਨ, ਕਿਉਂਕਿ ਗੁਰੂ ਨੇ ਪੁੱਛਿਆ ਕੀ ਕਰਦੇ ਹੋ ਤੇ ਉਹ ਕਹਿੰਦੇ ਜੀ ਮੈਂ ਤਾਂ ਚੋਰੀ ਕਰਦਾ। ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਫਿਰ ਆਪ ਨਾਮ ਦੀ ਚੋਰੀ ਕਰੋ। ਹੁਣ ਉਹ ਚੋਰੀ ਛੱਡ ਦਿਓ, ਬੇਸਿਕ ਨੇਚਰ ਨਾ ਬਦਲੋ, ਬਟ ਫਲਿਪ ਦ ਕੋਇਨ। ਫਿਜ਼ੀਕਲ ਡਿਜ਼ਾਇਰਸ, ਫਿਜ਼ੀਕਲ ਆਬਜੈਕਟਸ, ਉਹਦੀ ਚੋਰੀ ਛੱਡ ਦਿਓ, ਨਾਮ ਦੀ ਚੋਰੀ ਕਰੋ। ਨਾਮ ਦੀ ਚੋਰੀ ਕਿਵੇਂ ਹੁੰਦੀ ਹੈ? ਜਦੋਂ ਨਾਮ ਜਪਦਾ ਹੈ ਤੇ ਨਾਲ ਬੈਠੇ ਨੂੰ ਨਹੀਂ ਪਤਾ ਹੈ ਨਾਮ ਜਪਦਾ। ਜਦੋਂ ਨਾਮ ਵਿੱਚ ਰੰਗ ਵਿੱਚ ਰੰਗਿਆ ਜਾਂਦਾ ਹੈ ਔਰ ਕਿਸੇ ਨੂੰ ਪਤਾ ਨਹੀਂ ਆਲੇ ਦੁਆਲੇ ਕਿ ਉਹ ਰੰਗਿਆ ਹੋਇਆ। ਜਿਵੇਂ ਕਿਸੇ ਨੇ ਅਫੀਮ ਖਾ ਲਈ ਹੋਏ, ਇਸ ਤਰ੍ਹਾਂ ਨਾਮ ਦਾ ਰੰਗ ਚੜਾ ਕੇ ਆਪਣਾ ਮਸਤ ਹੋ ਜਾਂਦਾ ਹੈ, ਪਰ ਕਿਸੇ ਨੂੰ ਪਤਾ ਹੀ ਨਹੀਂ ਉਹ ਮਸਤ ਹੈ। ਨਾਮ ਦੀ ਚੋਰੀ ਹੋ ਰਹੀ ਹੈ। ਔਰ ਉਹ ਨਾਮ ਮਨ ਦੀ ਤਹਿ ਵਿੱਚ ਜਾ ਕੇ ਕੰਡੀਸ਼ਨਡ ਮਾਈਂਡ ਦੇ ਵਿੱਚ ਕਰੋੜਾਂ ਰੋਗਾਂ ਨੂੰ ਔਰ ਕਰੋੜਾਂ ਦੁੱਖਾਂ ਨੂੰ, ਕਰੋੜਾਂ ਕਰਮਾਂ ਨੂੰ, ਸਭ ਨੂੰ ਹੀਲ ਕਰਦਾ ਹੈ। ਉਹ ਮਨ ਵਿੱਚ ਭਰੀ ਮੱਟੀ ਨੂੰ ਸਾਫ਼ ਕਰਦਾ ਹੈ। ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾਮੇ ਕੇ ਰੰਗ। ਮੱਟੀ ਨਾਲ ਭਰ ਗਿਆ ਮਨ ਮੇਰਾ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ। ਕੱਪੜੇ ਭਰ ਗਏ, ਸਾਬੁਨ ਨਾਲ ਸਾਫ਼ ਕਰ ਦਿੰਦੇ ਆ। ਇਸੇ ਤਰ੍ਹਾਂ ਮਨ ਨੂੰ ਸਾਫ਼ ਕਰਨਾ ਹੈ, ਨਾਮ ਦੇ ਵਿੱਚ ਰੰਗੋ। ਨਾਮ ਕਿਵੇਂ ਜਪਣਾ ਹੈ, ਨਾਮ ਕੀ ਕਰਨਾ ਹੈ, ਅਸੀਂ ਕਈ ਵਾਰ ਗੱਲ ਕਰ ਚੁੱਕੇ ਹਾਂ। ਨਾਮ ਦੇ ਰੰਗ ਵਿੱਚ ਰੰਗ ਕੇ ਅਸੀਂ ਆਪਣੇ ਕਰਮਾਂ ਨੂੰ, ਅਸੀਂ ਆਪਣੀ ਭਟਕਾਣ ਨੂੰ, ਆਪਣੀ ਸਰਚ ਨੂੰ, ਆਪਣੀ ਇਨਕੰਪਲੀਟਨੈਸ ਨੂੰ, ਆਪਣੀ ਪੇਨ ਨੂੰ, ਆਪਣੀ ਹਰਟ ਨੂੰ, ਆਪਣੀ ਐਂਗਰ ਨੂੰ, ਸਭ ਨੂੰ ਹੀਲ ਕਰ ਸਕਦੇ ਹਾਂ। ਪਰ ਨਾਮ ਦਾ ਸਾਥ ਕੁਝ ਚਿਰ ਕਰਨਾ ਪਏਗਾ। ਨਾਮ ਦੇ ਰੰਗ ਵਿੱਚ ਸੁਰਤ ਨੂੰ ਡੁਬਾਉਣਾ ਹੋਏਗਾ, ਔਰ ਉਹਨੂੰ ਚੋਰੀ ਨਾਲ ਕਿਵੇਂ? ਕਿਉਂਕਿ ਅਗਰ ਅਸੀਂ ਨਾਮ ਜਪੀਏ ਔਰ ਨਾਮ ਜਪਦੇ ਹੀ ਅਨਾਉਂਸਮੈਂਟ ਸ਼ੁਰੂ ਕਰ ਦਈਏ, ਮੈਂ ਤੇ 5 ਬਾਣੀਆਂ ਦਾ ਪਾਠ ਕੀਤਾ ਹੈ, ਤੁਸੀਂ ਲੋਕ ਕੀ ਕਰਦੇ ਹੋ? ਮੈਂ ਤੇ ਅੱਜ 25 ਜਪਜੀ ਸਾਹਿਬ ਪੜ੍ਹ ਲਏ, ਮੈਂ ਤੇ ਇੰਨੇ ਮੂਲ ਮੰਤਰ ਕਰ ਲਏ। ਫਿਰ ਇਹ ਨਾਮ ਜਿਹੜਾ ਹੈ ਅੰਤਰ ਵਿੱਚ ਨਹੀਂ ਜਾਏਗਾ। ਕਰ ਪੁਨਹੋ ਨੀਚ ਸਦਾਈਏ, ਪੁੰਨ ਨੂੰ ਕਰ ਕੰਮ, ਪੁੰਨ ਦੇ ਕਰ। ਪਰ ਦੁਨੀਆ ਤੋਂ ਐਸਾ ਦਵਾ ਆਪਣੇ ਆਪ ਨੂੰ ਨੀਚ ਛਿਪਾਣਾ ਹੈ ਨਾ ਆਪਣੇ। ਇਹ ਜਿਹੜੀ એનર્ਜੀ ਹੈ, ਇਸ ਦੇ ਅਸਲ ਕੰਮ ਤੇ ਮਨ ਦੇ ਅੰਦਰ ਹੈ, ਬਾਹਰ ਨਹੀਂ ਹੈ। ਬਾਅਦ ਦਫਾ ਅਸੀਂ એનર્ਜੀ, ਨਾਮ ਦੀ એનર્ਜੀ ਨੂੰ ਹਾਰਨੈਸ ਕਰਨਾ ਜਾਣ ਲੈਂਦੇ ਆ, ਜੁੜ ਲੈਂਦੇ ਆ, ਲਿਵ ਲਗਾ ਲੈਂਦੇ ਆ, ਫਿਰ ਅਨਾਉਂਸਮੈਂਟ ਵੀ ਕਰ ਦਿੰਦੇ ਆ, ਫਿਰ ਉਹਦਾ ਢੰਡੋਰਾ ਵੀ ਪੀਟ ਦਿੰਦੇ ਆ। ਤੇ ਜਿਸ ਚੀਜ਼ ਦਾ ਕਲੇਮ ਬਾਹਰ ਕਰ ਲਿਆ ਉਹ ਅੰਤਰ ਅਸਰ ਨਹੀਂ ਕਰੇਗੀ, ਔਰ ਅਸਲ ਕੰਮ ਅੰਦਰ ਦਾ ਹੈ। ਕਾਹੇ
ਤੇਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੇ ਸੰਗ ਸਹਾਈ। भूप मत जो बास बसत है, मुकरमय जैसे छाई, तैसे ही हर बसे निरंतर, घट ही खोजो पाई। बसदा ਉਹ ਅੰਦਰ ਹੈ। ਤਾਂ ਇਹ ਮਾਪਿਓ ਨੇ ਆਪਣੇ ਬੱਚਿਆਂ ਨੂੰ ਭੇਜਿਆ, ਪਰ ਗਲਤੀ ਦੋਨਾਂ ਨੇ ਕੀਤੀ। ਇਹੀ ਗਲਤੀ ਇਸ ਸ਼ਬਦ ਵਿੱਚ ਇਹ ਦੱਸ ਰਿਹਾ ਹੈ ਕਿ ਕਰਮਾਂ ਦੀ ਗਲਤੀ ਤਾਂ ਹੋ ਗਈ ਹੈ, ਪਰ ਨਜ਼ਰ ਕਰਕੇ ਮਾਫੀ ਵੀ ਮੰਗ ਲਈ ਹੈ। ਨਜ਼ਰ ਦੀ ਕਿਰਪਾ ਵੀ ਹੋ ਗਈ ਹੈ, ਕਰਮ ਵੀ ਮਿਟ ਦਿੱਤੇ ਹੈ। ਇਹ ਬੜੀ ਇੰਟਰਸਟਿੰਗ ਗੱਲ ਹੈ। ਇਹ ਦਿਖਾ ਰਿਹਾ ਕਿ ਨਜ਼ਰ ਮੇਰਾ, ਗੁਰੂ ਦੀ ਨਜ਼ਰ, ਗੁਰੂ ਦੀ ਗ੍ਰੇਸ ਇਜ਼ ਮੋਰ ਪਾਵਰਫੁਲ ਦੈਨ ਮਾਈ ਐਕਸ਼ਨਸ। ਪਰ ਇਹਨੂੰ ਥੋੜਾ ਸਮਝਣਾ ਹੈ, ਕਿਉਂਕਿ ਕ੍ਰਿਸਚਨਡਮ ਵਿੱਚ ਇਹ ਬੜਾ ਫੇਮਸ ਗੱਲ ਸੀਗੀ ਕਿ ਅਸੀਂ ਉਹ ਕਰਮ ਕਰਦੇ ਸੀ ਮਾੜੇ, ਔਰ ਚਰਚ ਵਿੱਚ ਕੁਝ ਪੈਸੇ ਦੇ ਕੇ ਜਾਨ ਛੁਡਾ ਲੈਂਦੇ ਸਨ। ਇਸ ਤਰ੍ਹਾਂ ਦਾ ਕੋਈ ਸੌਦਾ ਹੈ ਕੀ ਹੈ ਕਿ ਮੈਂ ਹੁਣ ਫਿਰ ਜੋ ਵੀ ਕਿਸੇ ਨਾਲ ਮਾੜਾ ਚੰਗਾ ਕਰਾਂ, ਗੁਰਦੁਆਰੇ 100 ਦੀ ਜਗ੍ਹਾ 1000 ਰੁਪਏ ਦਾ ਮੱਥਾ ਟੇਕਾਵਾਂਗਾ, ਜਾਨ ਛੁੱਟ ਗਈ ਮੇਰੀ। ਟ੍ਰੇਡ ਕਰ ਲਵਾਂਗਾ ਨਾ, ਕਿਉਂਕਿ ਮਨ ਚਲਾਕ ਬੜਾ ਹੈ, ਇਹਨੂੰ ਟ੍ਰੇਡਿੰਗ ਦੀ ਆਦਤ ਹੈ, ਇਹਨੂੰ ਲੈਣ ਦੇਣ ਦੇ ਵਿੱਚ ਭਰੋਸਾ ਹੈ। ਕੁਝ ਦੇਣਾ ਪਏਗਾ ਤਾਂ ਕੁਝ ਲਵਾਂਗੇ। ਟ੍ਰੇਡ ਤਾਂ ਗੁਰਮੁਖ ਦੇ ਘਰ ਵੀ ਹੁੰਦਾ ਹੈ, ਬਟ ਉਹਦਾ ਆਧਾਰ ਪ੍ਰੇਮ ਹੈ, ਉਹਦੀ ਫਾਊਂਡੇਸ਼ਨ ਪ੍ਰੇਮ ਹੈ। ਪਹਿਲੇ ਬੱਚੇ ਨੇ ਪ੍ਰੇਮ ਨਹੀਂ ਕੀਤਾ, ਦੂਜੇ ਨੇ ਕੀਤਾ। ਪ੍ਰੇਮ ਸਾਰੇ ਕਰਮ ਮਿਟਾ ਸਕਦਾ ਹੈ। ਪੁਰਾਣੀ ਗੱਲ ਇੱਕ ਸੁਣੀ ਸੀ, ਜਿੱਥੇ ਪ੍ਰੇਮ ਹੁੰਦਾ ਉੱਥੇ ਬਹੀ ਖਾਤਾ ਨਹੀਂ ਖੋਲਣਾ। ਬਹੀ ਖਾਤਾ ਅਗਰ ਅਕਾਊਂਟ ਖੁੱਲ ਗਿਆ ਆਪਸ ਵਿੱਚ, ਫਿਰ ਪ੍ਰੇਮ ਨਹੀਂ ਹੈ। ਮੈਂ ਆਪ ਨਾਲ ਪਹਿਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੰਗਣੀ ਦੇ ਯੁੱਧ ਦੀ ਗੱਲ ਸੁਣਾਈ ਸੀ। ਪੀਰ ਬੁੱਧੂ ਸ਼ਾਹ 4 ਬੱਚਿਆਂ ਨੂੰ ਮਹਾਰਾਜ ਦੇ ਪਹਿਲੇ ਯੁੱਧ ਵਿੱਚ ਹੀ ਚਾਰੋਂ ਦੇ ਚਾਰੋਂ ਬੱਚੇ, 4 ਬੱਚੇ ਸਨ, 4 ਦੇ 4 ਸ਼ਹੀਦ ਹੋ ਗਏ। ਔਰ ਅਗਲੇ ਦਿਨ ਸਵੇਰੇ ਸਾਹਿਬ ਨੂੰ ਮਿਲਣ ਜਾ ਰਹੇ ਆ, ਮਹਾਰਾਜ ਆਪਣੇ ਕੇਸ ਵਾਹ ਰਹੇ ਆ। ਮਹਾਰਾਜ ਪੁੱਛਦੇ ਆ, ਮੰਗੋ ਕੀ ਮੰਗਣਾ ਪੀਰ ਬੁੱਧੂ ਸ਼ਾਹ? ਕਿਉਂਕਿ ਪ੍ਰੇਮ ਨਾਲ ਉਹਨਾਂ ਦਾ ਵੀ ਦਰਦ, ਪਰ ਦਰਦ ਤਾਂ ਉਹਨਾਂ ਦੇ ਵੀ ਹੈ, ਪਿਤਾ ਤੇ ਉਹ ਵੀ ਨੇ। ਇਹ ਕਿਤਨਾ ਅਪਾਰ ਦੁੱਖ ਹੈ ਤੇ ਉਹ ਵੀ ਜਾਣਦੇ ਨੇ, ਵਿਛੋੜੇ ਦਾ ਦੁੱਖ ਕਿਤਨਾ ਘਣਾ ਹੈ ਉਹ ਵੀ ਜਾਣਦੇ ਨੇ। ਪਰ ਪੀਰ ਬੁੱਧੂ ਸ਼ਾਹ ਨੇ ਮੰਗਿਆ ਕੁਛ ਨਹੀਂ। ਪੀਰ ਬੁੱਧੂ ਸ਼ਾਹ ਨੇ ਕਿਹਾ, ਜੀ ਮੈਨੂੰ ਆਪਣੇ ਇਹ ਕੰਗਾ ਤੇ ਕੇਸ ਦੇ ਦਿਓ। ਇਹਦਾ ਕੀ ਮਤਲਬ ਹੈ? ਉਹਨੇ ਸਿਰਫ ਪ੍ਰੇਮ ਦੀ ਗੱਲ ਚਲਾਈ, ਮੈਨੂੰ ਆਪਣਾ ਪ੍ਰੇਮ ਦੇ ਦਿਓ। ਔਰ ਜੋ ਪ੍ਰੇਮ ਮੰਗਦਾ ਹੈ ਉਹ ਹੁਣ ਹੀ ਹੈਜ਼ ਆਸਕਡ ਫॉर द ओशन, क्योंकि प्रेम बेहद है, प्रेम इनफाइनाइट है। और जिसने प्रेम ले रहा वो बूंद नहीं रहा, हुण वो सागर हो गया। जिसने प्रेम ले लिया वो आप ही नहीं रहा, वो प्रेम ਦਾ ਹੀ ਰੂਪ ਹੋ ਗਿਆ। ਤਾਂ ਪਾਤਸ਼ਾਹ ਮਹਾਰਾਜ ਦੀ ਲੋਕਾਂ ਨੇ ਉਹਨਾਂ ਨਾਲ ਸੌਦੇ ਵੀ ਕੀਤੇ ਹੈ, ਪਰ ਕਈ ਹਨ ਜਿਨ੍ਹਾਂ ਨੇ ਸੌਦੇ ਨਹੀਂ ਕੀਤੇ। ਅਗਰ ਸੀਸ ਮੰਗਿਆ ਤੇ ਸੀਸ ਵੀ ਦੇ ਦਿੱਤਾ ਹੈ। ਜੋ ਤਮ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣਾ ਕੀਜੇ। ਪ੍ਰੇਮ ਦਾ ਖੇਲ ਖੇਲਣਾ ਹੈ, ਸਿਰ ਦੇ ਜਾਣਾ ਭਾਈ। ਮਤਲਬ ਕੀ ਹੈ ਸਿਰ ਦੇਣਾ? ਹੁਣ ਇਹਨੂੰ ਥੋੜਾ ਜਿਹਾ ਹੋਰ ਤਰ੍ਹਾਂ ਸਮਝੀਏ ਕਿ ਸੰਸਕਾਰ ਮੇਰੇ ਕੰਡੀਸ਼ਨਡ ਮਾਈਂਡ ਦੇ ਵਿੱਚ ਪ੍ਰੈਜ਼ੈਂਟ ਨੇ। ਕੰਡੀਸ਼ਨਡ ਮਾਈਂਡ ਕਿਹੜਾ ਹੋਇਆ? ਜਿਹੜਾ ਮਾਈਂਡ ਮੈਂ ਬਣਾਇਆ, ਜਿਹੜਾ ਮਾਈਂਡ ਆਲੇ ਦੁਆਲੇ ਤੋਂ ਬਣਿਆ, ਜਿਹੜਾ ਮੈਂ ਆਪਣੇ ਸਿੱਖ ਕਰਕੇ ਬਣਾਇਆ, ਜਿਹੜਾ ਮੈਂ ਆਪਣੀ ਆਈਡੈਂਟਿਟੀ ਕਰਕੇ ਬਣਾਇਆ, ਕਿਸੇ ਵੀ ਰੂਪ ਵਿੱਚ ਬਣਾਇਆ। ਰਿਲੇਸ਼ਨਸ਼ਿਪਸ, ਸਟੇਟਸ, ਕਰੀਅਰ, ਸਭ ਕੁਝ ਬਚਪਨ ਤੋਂ ਲੈ ਕੇ ਐਜੂਕੇਸ਼ਨ, ਸਾਰਾ ਕੁਝ ਕੰਡੀਸ਼ਨਡ ਮਾਈਂਡ ਦੇ ਵਿੱਚ ਹੈ। ਮਾਫੀ ਉਹਨੂੰ ਮਿਲਦੀ ਹੈ ਜਿਹੜਾ ਕੰਡੀਸ਼ਨ ਮਾਈਂਡ ਦੇ ਬਿਯੋਂਡ ਜਾ ਸਕਦਾ ਹੈ। ਅਗਰ ਮੈਂ ਕਰਮ ਮਾੜੇ ਕਰਦਾ ਜਾਵਾਂ ਔਰ ਮੈਂ ਕਹਾਂ ਜੀ ਮੈਂ ਮਾਫੀਆਂ ਲੈਂਦਾ ਜਾ ਰਿਹਾ ਗੁਰੂ ਤੋਂ, ਤਾਂ ਉਹ ਕਰਮ ਦਾ ਸਾਈਕਲ ਨਹੀਂ ਟੁੱਟਣ ਵਾਲਾ, ਉਹ ਤਾਂ ਭੋਗਣਾ ਪਏਗਾ। ਪਰ ਇੱਥੇ ਜਦੋਂ ਗੁਰੂ ਕਹਿੰਦੇ ਹੈ, ਅੱਗੇ ਹੋਰ ਸਮਝਾਉਂਦੇ ਗੱਲ ਨੂੰ, ਜਿਹੜੀ ਰਹਾਉ ਦੀ ਤੁਕ ਹੈ ਨਾ, ਕਹਿੰਦੇ ਨੇ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਕਹਿੰਦੇ ਨੇ ਕਾਮ ਨਾਲ ਗ੍ਰਸਤ ਬੰਦਾ ਹੈ, ਸਵਾਰਥੀ ਹੈ, ਫਿਰ ਵੀ ਉਹਨੂੰ ਸਵਾਰ ਦਿੱਤਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ 'ਚ ਸੁਣਦੇ ਹਾਂ ਕਥਾ, ਇੱਕ ਕਨਕਾ ਦੀ ਗੱਲ ਹੈ, ਉਹਦੀ ਵੀ ਗੱਲ ਕਰਦੇ ਹੈ। ਗਣਕਾ ਪ੍ਰੋਸਟੀਟਿਊਟ, ਇੱਕ ਮੈਂ ਤੁਹਾਨੂੰ ਉਸ ਦਿਨ ਸ਼ੇਅਰ ਕੀਤੀ ਸੀ, ਬੁੱਧ ਦੇ ਜੀਵਨ 'ਚੋਂ ਅੰਗੁਲੀ ਮਾਲ ਦੀ ਕਥਾ ਹੈ, ਜਿਹੜਾ ਲੋਕਾਂ ਨੂੰ ਮਾਰ ਕੇ ਉਹਦੀ ਅੰਗੁਲੀਆਂ ਆਪਣੇ ਗਲੇ ਟੰਗ ਲੈਂਦਾ ਸੀ, ਸਾਧੂ ਬਣ ਗਿਆ। ਇਹ ਕਿਵੇਂ ਹੋ ਗਿਆ? ਕੋਈ ਹਥਿਆਰਾ ਆਦਮੀ ਕਿਵੇਂ ਸੰਤ ਬਣ ਸਕਦਾ? ਅਸੀਂ ਤਾਂ ਇਹੋ ਜਿਹੇ ਲੋਕਾਂ ਤੋਂ ਬੜੇ ਦੂਰ ਜਾਂਦੇ ਹਾਂ। ਪਰ ਇਹਦੇ 'ਚ 2 ਚੀਜ਼ਾਂ ਹੁੰਦੀਆਂ ਨੇ ਜਿਹੜੇ ਇਹੋ ਜਿਹੇ ਕਰਮ ਕਰਕੇ ਚੇਂਜ ਕਰਦੇ ਆਪਣੇ ਆਪ ਨੂੰ। ਇੱਕ ਤਾਂ ਉਹ ਈਗੋ ਨੂੰ ਜਲਦੀ ਡ੍ਰੌਪ ਕਰਦੇ ਆ,
ਕਿਉਂਕਿ ਜਿਹੜਾ ਡੂ ਗੁਡਰ ਹੈ ਨਾ, ਉਹਦੀ ਈਗੋ ਨੇੜੇ ਜ਼ਿਆਦਾ ਰਹਿੰਦੀ ਉਹਦੇ। ਮੈਂ ਤੇ ਚੰਗੇ ਕਰਮ ਕਰਦਾ, ਮੈਂ ਤੇ ਚੰਗਾ ਹਾਂ। ਕਰਮ ਤਾਂ ਚੰਗੇ ਮਾੜੇ ਦੋਨੋਂ ਹੀ ਡ੍ਰੌਪ ਕਰਨੇ ਪੈਣਗੇ, ਮਨ ਹੀ ਛੱਡਣਾ ਪਏਗਾ। ਮਹਾਰਾਜ ਕਹਿੰਦੇ ਨੇ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ। ਜਗਤ ਦਾ ਗੁਰੂ ਤੁਹਾਨੂੰ ਕਾਹਦਾ ਕਹਿਣਾ ਹੈ ਅਗਰ ਮੇਰੇ ਕਰਮ ਨਹੀਂ ਨਾਸ ਕਰ ਸਕਦਾ? ਕਾਹਦਾ ਗੁਰੂ ਹੋਇਆ ਜੇ ਮੇਰੇ ਕਰਮ ਨਹੀਂ ਨਾਸ ਹੋ ਸਕਦੇ? ਤਾਂ ਗੁਰੂ ਗ੍ਰੰਥ ਸਾਹਿਬ ਜੀ ਦੋ ਜਗ੍ਹਾ, ਕਈ ਜਗ੍ਹਾ ਹੋਰ ਲਾਈਨਾਂ, ਦੋ ਤਿੰਨ ਤੇ ਮੈਨੂੰ ਵੈਸੇ ਯਾਦ ਨੇ। ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਗਲੇ ਨਾਲ ਲਗਾ ਕੇ ਗੁਰੂ ਸਾਡੇ ਅਵਗੁਣ ਮਿਟਾ ਦਿੰਦਾ ਹੈ, ਸਾਡੇ ਕਰਮਾਂ ਦਾ ਸਾਈਕਲ ਕੱਟ ਦਿੰਦਾ ਹੈ। ਲੇ ਕਹਾ ਕਤਹੂ ਨਾ ਛੂਟੀਏ, ਹਮ ਖਿਨ ਖਿਨ ਭੂਲਨਹਾਰ। ਕਿਉਂਕਿ ਇੱਥੇ ਤਾਂ ਕਰਮ ਨੋਨ ਔਰ ਅਨਨੋਨ ਦੋਨੋਂ ਨੇ ਨਾ। ਮੈਂ ਟੁਰਦਾ ਗਿਆ, ਮੈਂ ਟੁਰਦੇ ਫਿਰਦੇ ਕਿਸੇ ਅਨਨੋਨ ਦਾ ਨੁਕਸਾਨ ਕਰਤਾ, ਮੈਨੂੰ ਪਤਾ ਵੀ ਨਹੀਂ ਮੈਂ ਮਾੜਾ ਕਰਮ ਕਰ ਗਿਆ ਕਿਸੇ ਦਾ ਹੋਰ ਕਰ। ਮੈਨੂੰ ਕੋਲ ਤੇ ਕਈ ਕਰਮ ਹੋ ਰਹੇ ਨੇ, ਤਾਂ ਬਿਨਾਂ ਨਜ਼ਰ ਦੇ, ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਬਿਨਾਂ ਉਸਦੇ ਨਜ਼ਰ ਦੇ ਕਹਾਣੀ ਨਹੀਂ ਕਦੇ ਖਤਮ ਹੋਣੀ। ਕਰਮਾਂ ਦਾ ਸਾਈਕਲ ਤੇ ਆਂਦਾ ਜਾਂਦਾ ਰਹੇਗਾ, ਮਨ ਦੇ ਵਿੱਚ ਰੰਗ ਬਦਲਦੇ ਰਹਿਣਗੇ, ਮਨ ਚੱਲਦਾ ਰਹੇਗਾ, ਚੰਗੇ ਤੋਂ ਮਾੜਾ, ਮਾੜੇ ਤੋਂ ਚੰਗਾ। ਇਹ ਸਾਈਕਲ ਤੇ ਕਦੇ ਵੀ ਨਹੀਂ ਖਤਮ ਹੋਣਾ। ਤਾਂ ਕਿਵੇਂ ਗੁਰਪ੍ਰਸਾਦ ਵਿੱਚ ਮੂਲ ਮੰਤਰ ਖਤਮ ਕੀਤਾ ਹੈ ਕਿ ਅਖੀਰ ਗੁਰੂ ਦੇ ਪ੍ਰਸਾਦ ਪਾਕਰ ਅਸੀਂ ਨਿਰੰਕਾਰ ਰੂਪ ਨਾਲ ਮਿਲ ਜਾਂਦੇ ਹਾਂ। ਕਿਵੇਂ ਹੁੰਦਾ ਹੈ? ਮਨ ਵੇਚੇ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਮਨ ਕਿਹੜਾ ਵੇਚਣਾ? ਕੰਡੀਸ਼ਨਡ ਮਾਈਂਡ, ਜਿਹੜਾ ਮੈਂ ਜਿਹਦੇ ਚ ਮੈਂ ਆਪਣੀ ਆਈਡੈਂਟਿਟੀ ਵਿੱਚ ਸਭ ਕੁਝ ਪਾਇਆ ਹੋਇਆ। ਤਾਂ ਮੈਨੂੰ ਮਿਹਨਤ ਕਿਸ ਗੱਲ ਦੀ ਕਰਨੀ ਹੈ ਫਿਰ? ਕਿ ਮੈਂ ਮਾੜੇ ਕਰਮ ਕਰਦਾ ਜਾਵਾਂ, ਮਾਫ ਤੇ ਉਹ ਕਰ ਹੀ ਦੇਗਾ? ਇਹ ਨਹੀਂ ਉਹਨੇ ਕਿਹਾ, ਇਹ ਉਹ ਨਹੀਂ ਕਹਿ ਰਿਹਾ। ਕਰਮਾਂ ਦਾ ਸਾਈਕਲ ਆਪਣੀ ਜਗ੍ਹਾ ਹੈ, ਜਦ ਤੱਕ ਮੈਂ ਆਪਣੇ ਮਨ ਤੋਂ ਪਾਰ ਨਹੀਂ ਚਲਾ ਜਾਂਦਾ। ਅਸੀਂ ਕੱਲ ਫੇਡੋ ਦੀ ਗੱਲ ਵਿਚਾਰੀ ਸੀ, ਸੋਕਰਟੀਜ਼ ਦੀ, ਕਿ ਕੋਈ ਗੁੱਡ ਕਰਦਾ ਹੈ, ਕੋਈ ਬੈਡ ਕਰਦਾ ਹੈ। ਅਸੀਂ ਫੋਕਸ ਕਿੱਥੇ ਰੱਖਣਾ ਹੈ? ਨਾਮ ਵੱਲ। ਨਾਮ ਤੋਂ ਇੰਸਪਾਇਰ ਹੋ ਕੇ ਜਿਹੜਾ ਕਰਮ ਆ ਰਿਹਾ ਹੈ ਉਹ ਸਾਡਾ ਨੁਕਸਾਨ ਨਹੀਂ ਕਰੇਗਾ। ਹੁਣ ਇੱਥੇ ਆ ਜਾਈਏ, ਇੱਕ ਥਰਡ ਡਾਇਮੈਂਸ਼ਨ ਖੜੀ ਹੋ ਜਾਂਦੀ ਹੈ। ਬਿਯੋਂਡ ਗੁੱਡ ਐਂਡ ਬੈਡ ਦੇਰ ਇਜ਼ ਅ ਗਾਰਡਨ, ਮੀਟ ਮੀ ਦੇਰ। ਮੌਲਾਨਾ ਜਲਾਲੁਦੀਨ ਰੂਮੀ। ਤਾਂ ਕਹਾਣੀ ਤਾਂ ਸਾਰੀ ਇਹ ਹੈ ਕਿ ਮੈਂ ਆਪਣੇ ਆਪ ਨੂੰ ਵੇਚਣਾ ਹੈ, ਮੇਰਾ ਆਈਡੈਂਟਿਟੀ ਹੈ ਉਸੇ ਨੂੰ ਖਤਮ ਕਰਨਾ ਹੈ, ਉਸਦੇ ਬਿਯੋਂਡ ਜਾਣਾ ਹੈ। ਔਰ ਉਹ ਕਿਵੇਂ ਹੋਏਗਾ? ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਨਾਮ ਨੂੰ ਗਾਓ, ਨਾਮ ਨੂੰ ਸੁਣੋ, ਗਾਵੀਏ ਸੁਣੀਏ ਭਾਓ, ਭਾਵਨਾ ਨਾਲ ਆਓ। ਮਨ ਦੀ ਇੰਜੀਨੀਅਰਿੰਗ ਕਿਸ ਤਰ੍ਹਾਂ ਕਰਨੀ ਹੈ? ਅਸੀਂ ਇਹ ਦੋ ਸ਼ਬਦਾਂ ਵਿੱਚ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਨੇ ਖੋਲੀ ਇਹ ਗੱਲ, ਮੁੰਦਾ ਸੰਤੋਖ ਸਰਮ ਪਤ ਝੋਲੀ। ਨੀਵਾਂ ਹੋ ਕੇ ਰਹਿਣਾ ਹੈ, ਸੰਤੋਖ ਵਿੱਚ ਰਹਿਣਾ ਹੈ, ਐਕਸਪੈਕਟੇਸ਼ਨ ਵਿੱਚ ਨਹੀਂ ਰਹਿਣਾ। ਨਾਮ ਉਹੀ ਜਪ ਸਕਦਾ ਹੈ ਜਿਹੜਾ ਐਕਸੈਪਟੈਂਸ ਵਿੱਚ ਰਹਿੰਦਾ ਹੈ। ਐਕਸੈਪਟੈਂਸ ਦਾ ਮਤਲਬ ਕੀ ਹੈ? ਮੈਂ ਉਮੀਦ ਹੀ ਰੱਖਦਾ ਜਾਵਾਂ ਕਿ ਹੁਣ ਮੈਂ ਨਾਮ ਜਪਿਆ, ਹੁਣ ਕਦੋਂ ਹੋਣ ਲੱਗਾ ਕੰਮ। ਜਿਵੇਂ ਉਸ ਦਿਨ ਮੈਂ ਗੱਲ ਕਹੀ ਸੀ ਆਪ ਨੂੰ ਕਿ ਅਸੀਂ ਜੋਤ ਦੀ ਗੱਲ ਕਹਿ ਕੇ ਨੁਕਸਾਨ ਨਾ ਕਰ ਬੈਠੀਏ, ਜੋਤ ਹੀ ਲੱਭਦੇ ਰਹਾਂਗੇ। ਜੋਤ ਤਾਂ ਆਈ ਨਹੀਂ ਜੀ, ਜੋਤ ਆਪਣੇ ਆਪ ਆ ਜਾਣੀ ਹੈ। ਮਨ ਦੇ ਰੰਗ ਨੂੰ, ਮਨ ਨੂੰ ਸ਼ੁੱਧ ਕਰਦੇ ਜਾਈਏ, ਮਨ ਨੂੰ ਸਾਫ਼ ਕਰਦੇ ਜਾਈਏ। ਜੋਤ ਤਾਂ ਅੰਦਰ ਹੈ ਹੀ, ਉਹ ਕਿਤੇ ਜਾਣੀ ਹੈ? ਸਮਝੀਏ ਗੱਲ ਨੂੰ ਕਿ ਅਸੀਂ ਇੱਕ ਟੇਬਲ ਦੇ ਉੱਤੇ, ਸ਼ੀਸ਼ੇ ਦੇ ਟੇਬਲ ਦੇ ਉੱਤੇ ਬਹੁਤ ਸਾਰੀ ਮਿੱਟੀ ਰੱਖਤੀ, ਬਹੁਤ ਸਾਰਾ ਸਮਾਨ ਰੱਖ ਦਿੱਤਾ ਉੱਪਰ, ਤਾਂ ਅਸੀਂ ਕਹੀਏ ਇਹਦੇ ਥੱਲੇ ਜਿਹੜਾ ਸਮਾਨ ਪਿਆ ਹੈ ਉਹ ਤਾਂ ਲੱਭਦਾ ਨਹੀਂ ਪਿਆ। ਕਿਵੇਂ ਲੱਭੇਗਾ? ਟੇਬਲ ਦੇ ਉੱਪਰ ਦੀ ਸਫਾਈ ਕਰਾਂਗੇ ਤਾਂ ਲੱਭੇਗਾ ਨਾ। ਥੱਲੇ ਵਿੱਚ ਕੀ ਪਿਆ ਹੈ ਉਹ ਤਾਂ ਹੀ ਨਜ਼ਰ ਆਏਗਾ ਜੇ ਉੱਪਰ ਦੀ ਸਫਾਈ ਹੋਏਗੀ। ਅਸੀਂ ਉਹ ਸਫਾਈ ਕਰਦੇ ਜਾਈਏ ਤੇ ਆਪਣੇ ਆਪ ਸਤ ਪ੍ਰਗਟ ਹੋਣਾ ਸ਼ੁਰੂ ਹੋ ਜਾਏਗਾ ਆਪਣੇ ਸਮੇਂ ਨਾਲ। ਇਹ ਵੀ ਨਹੀਂ ਹੈ ਵੀ ਕੱਲ ਸਵੇਰੇ ਹੋ ਜਾਏਗਾ, ਪਰ ਇਹ ਜ਼ਰੂਰ ਹੈ ਕਿ ਨਾਮ ਦਾ ਜਿਹੜਾ ਰਸ ਹੈ ਉਹ ਸਾਡੇ ਜੀਵਨ ਦੇ, ਸਾਡੇ ਡੇ ਟੂ ਡੇ ਐਕਟੀਵਿਟੀ ਨੂੰ ਹਲਕਾ ਕਰਦਾ ਜਾਏਗਾ, ਸਾਨੂੰ ਆਨੰਦ ਦੇ ਨੇੜੇ ਲਿਜਾਂਦਾ ਜਾਏਗਾ। ਅਸੀਂ ਅਭਿਆਸ ਵਿੱਚ ਬੈਠੀਏ, ਸੁਰਤ ਔਰ ਸ਼ਬਦ ਨੂੰ ਮਿਲਾ ਕੇ ਸ਼ਬਦ ਦੇ ਵਿੱਚ ਲੀਨ ਹੋ ਜਾਈਏ, ਆਪਣੇ ਆਪ ਨੂੰ ਭੁੱਲ ਜਾਈਏ, ਸ਼ਾਂਤੀ ਮਿਲ ਗਈ, ਸੰਤੋਖ ਮਿਲ ਗਿਆ, ਕਿਉਂਕਿ ਮੈਂ ਹੀ ਆਪਣੇ ਟ੍ਰਾਂਸੈਂਡ ਕਰ ਗਿਆ, ਮੈਂ ਨੂੰ ਟ੍ਰਾਂਸੈਂਡ ਕਰ ਗਿਆ। ਜਿਵੇਂ ਉਹ ਦਿਨ ਵੀਰ ਕਹਿੰਦੇ ਸੀ ਲਿਵ ਲੱਗ ਜਾਂਦੀ ਹੈ ਕਦੇ ਕਦੇ, ਉਹ ਲਿਵ ਹੀ ਲਗਾਣੀ ਹੈ ਨਾ।
ਫਿਰ ਕਦੇ ਕਦੇ ਤੋਂ ਕਦੇ ਹੋਰ ਕਦੇ ਕਦੇ ਹੁੰਦੀ ਜਾਏਗੀ। ਫਿਰ ਗੁਰੂ ਮਹਾਰਾਜ ਸਮਝਾਉਂਦੇ ਸਦਾ ਲਈ 24 ਘੰਟੇ ਰਹੇਗੀ, ਪਰ ਡੈਡੀਕੇਟਿਡ ਪ੍ਰੋਜੈਕਟ ਹੋਣਾ ਚਾਹੀਦਾ ਨਾ। ਜੀਵਨ ਵਿੱਚ ਅਸੀਂ ਕਈ ਪ੍ਰੋਜੈਕਟ ਕਰਦੇ ਆ, ਡੈਡੀਕੇਟਿਡ ਨਹੀਂ ਹੁੰਦੇ, ਉਹਨਾਂ ਦਾ ਅਸਰ ਨਹੀਂ ਆਉਂਦਾ। ਫਿਰ ਮਹਾਰਾਜ ਕਹਿੰਦੇ ਮੁੰਡਾ ਸੰਤੋਖ ਸਰਮ ਪਤ ਝੋਲੀ, ਨੀਵੇਂ ਹੋ ਕੇ ਧਿਆਨ, ਮਾइंड शुड बी स्टेबल, मन तो एकाग्र मन होए। मुंदा संतोख सरम पत चोली, ध्यान की करे विभूत। ਇਹ ਹੁਣ ਐਕਚੁਅਲੀ ਤਾਂ ਡਾਇਲੌਗ ਹੈ ਗੁਰੂ ਨਾਨਕ ਦਾ ਔਰ ਆਈ ਪੰਥੀ ਦੇ ਜਿਹੜੇ ਲੀਡਰ ਸੀ। ਆਈ ਪੰਥੀ ਇੱਕ ਯੋਗੀ ਸੈਕਟ ਸੀਗਾ, ਯੋਗਿਕ ਸੈਕਟ। ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਵਿੱਚ ਲੈ ਪਹਾੜਾਂ 'ਚ ਰਹਿੰਦੇ ਆ, ਇਹਨਾਂ ਕੋਲ ਸੱਤ ਹੈ। ਤਾਂ ਗੁਰੂ ਨਾਨਕ ਸਾਹਿਬ ਨੇ 2 ਡਾਇਲੌਗ ਕੀਤੇ ਯੋਗੀਆਂ ਨਾਲ, ਇੱਕ ਸੁਮੇਰ ਪਰਬਤ ਦੀ ਗੱਲ ਕਰਦੇ ਆ, ਇੱਕ ਅਚਲ ਬਟਾਲੇ ਦੀ ਗੱਲ ਕਰਦੇ ਆ। ਨਾਮ ਦੇ ਅਭਿਆਸ ਵਿੱਚ ਰਹੀਏ, ਸਾਡਾ ਕਰਮ ਇਹ ਹੈ, ਸੰਗਤ ਵਿੱਚ ਰਹੀਏ। ਤਾਂ ਗੁਰੂ ਸਾਹਿਬ ਨੇ ਇਹ ਸਮਝਾ ਕੇ ਮਨ ਨੂੰ ਜਿੱਤਣ ਦੀ ਇੱਕ ਵਿਧੀ ਦੱਸੀ ਹੈ, ਹਾਊ ਟੂ ਟ੍ਰਾਂਸੈਂਡ ਦ ਮਾਈਂਡ। ਅੱਜ ਕੱਲ ਵੈਸਟ ਵਿੱਚ ਇੱਕ ਫਿਲਾਸਫਰ ਬੜਾ ਮੰਨਿਆ ਜਾ ਰਿਹਾ, ਇਕਹਟ ਟੋਲੇ। ਉਹਨੇ ਪਹਿਲੇ ਕਿਤਾਬ ਲਿਖੀ ਪਾਵਰ ਆਫ ਨਾਓ। ਉਹ ਸਾਰੀ ਗੱਲ ਮਨ ਨੂੰ ਟ੍ਰਾਂਸੈਂਡ ਕਰਨ ਦੀ ਕਰ ਰਿਹਾ, ਬਟ ਮਨ ਦੀ ਟ੍ਰਾਂਸੈਂਡੈਂਟ ਇਸ ਪੂਰੀ ਇੰਜੀਨੀਅਰਿੰਗ ਦਾ ਇੱਕ ਐਸਪੈਕਟ ਹੈ, ਉਹ ਆਨੰਦ ਦਾ ਭੇਦ ਖੁੱਲ੍ਹਣਾ ਹੈ। ਫਿਰ ਜਿਹੜੀ ਇਸ ਸ਼ਬਦ ਵਿੱਚ ਇੱਕ ਬੜੀ ਡੂੰਘੀ ਗੱਲ ਕਰ ਜਾ ਰਹੇ ਹੈ, ਮੈਂ ਨਹੀਂ ਕਿਛ ਹਉ ਨਹੀਂ ਕਿਛ ਆਹੇ ਨਾ ਮੋਰਾ। ਇਹ ਤੁਰੀਆ ਅਵਸਥਾ ਦੀ ਗੱਲ ਹੈ, ਅਸੀਂ ਉਸ ਤੇ ਆਵਾਂਗੇ ਬਾਅਦ ਵਿੱਚ। ਤਾਂ ਕਹਿੰਦੇ ਨੇ ਕਾਲ ਨੂੰ ਯਾਦ ਰੱਖੋ, ਜੀਵਨ ਨੂੰ ਜੀਣਾ ਹੈ ਬਿਨਾਂ ਡੈਥ ਨੂੰ ਨੇੜੇ ਰੱਖੇ ਜੀਵਨ ਨੂੰ ਨਹੀਂ ਜਾਣਿਆ ਜਾ ਸਕਦਾ। We cannot live life in its right quality unless we hold death close, unless we hold the understanding of death close to us. ਜਦ ਤੱਕ ਅਸੀਂ ਮੌਤ ਦੇ ਵੱਲੋਂ ਜਾ ਕੇ ਜੀਵਨ ਨੂੰ ਨਹੀਂ ਦੇਖਾਂਗੇ, ਜੀਵਨ ਜਾਣਿਆ ਨਹੀਂ ਜਾ ਸਕਦਾ, ਕੁਝ ਹੋਰ ਹੀ ਦਿਖੇਗਾ। ਅਸੀਂ ਉਹਦੇ ਨੇ ਇਰਫਾਨ ਖਾਨ ਦੀ ਗੱਲ ਕੀਤੀ ਸੀ, ਕਹਿੰਦਾ ਮੈਂ ਟ੍ਰੇਨ ਤੇ ਚੜਿਆ, ਆਈ ਐਮ ਹੈਡਿੰਗ ਟੂਵਰਡਸ ਮਾਈ ਐਂਬਿਸ਼ਨਸ, ਔਰ ਰਸਤੇ 'ਚ ਕਿਸੇ ਨੇ ਮੇਰੇ ਕੰਧੇ ਤੇ ਥਾਪੜ ਮਾਰਿਆ ਤੇ ਕਿਹਾ ਟ੍ਰੇਨ ਤੇਰੀ ਤਾਂ ਵਾਰੀ ਆ ਗਈ ਉਤਰ। ਐਸੇ ਤਰ੍ਹਾਂ ਜੀਵਨ ਹੈ। ਗੁਰੂ ਨਾਨਕ ਸਾਹਿਬ ਤੇ ਇੱਥੇ ਤੱਕ ਸਾਨੂੰ ਸਮਝਾਉਂਦੇ ਨੇ, ਹਮ ਆਦਮੀ ਹੈ ਇੱਕ ਦਮੀ, ਇੱਕ ਦਮ ਦੇ ਬੰਦੇ ਆ, ਅਗਲਾ ਸਵਾਸ ਆਣਾ ਹੈ ਕਿ ਨਹੀਂ ਆਣਾ। ਇਹ ਬੜਾ ਅੱਛਾ ਪ੍ਰਸ਼ਨ ਬਣਦਾ ਜੀਵਨ ਦਾ ਕਿ ਅਸੀਂ ਪੁੱਛੀਏ, ਡੂ ਵੀ ਬਰੀਥ ਔਰ ਡਸ ਬ੍ਰੈਥ ਕਮ ਟੂ ਅਸ। ਅਸੀਂ ਵਿਚਾਰਦੇ ਨਹੀਂ, ਸਾਰਾ ਟਾਈਮ ਅਸੀਂ ਸਵਾਸ ਲੈਂਦੇ ਆ, ਸਵਾਸ ਆ ਰਹੇ ਨੇ ਕਿ ਅਸੀਂ ਸਵਾਸ ਲੈਂਦੇ ਆ। ਇਹ ਉਸੇ ਤਰ੍ਹਾਂ ਦਾ ਪ੍ਰਸ਼ਨ ਹੈ ਜਿਹੜਾ ਮੱਝ ਵਾਲਾ ਪ੍ਰਸ਼ਨ ਸੀ ਉਸ ਦਿਨ, ਕਿ ਮੱਝ ਨੂੰ ਕਿੰਨੇ ਬੰਨਿਆ। ਥੋੜਾ ਵਿਚਾਰਨਾ ਤੁਸੀਂ ਇਸ ਗੱਲ ਨੂੰ, ਅਸੀਂ ਸਵਾਸ ਲੈਂਦੇ ਆ ਕਿ ਸਵਾਸ ਆਉਂਦੇ ਨੇ। ਮੈਂ ਤਾਂ ਜਵਾਬ ਨਹੀਂ ਦਿੰਦਾ, ਪਰ ਇਹਨੂੰ ਵਿਚਾਰਨਾ ਬਣਦਾ ਨਾ, ਕਿਉਂਕਿ ਸਵਾਸ ਹੀ ਜੀਵਨ ਕਹਿ ਰਿਹਾ ਸੀ। ਸਵਾਸ ਰੁਕ ਗਏ ਤੇ ਜੀਵਨ ਕਿਹਾ ਤੇ ਹੈ ਕੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਦਮ ਦੇ ਬੰਦੇ ਆ ਅਸੀਂ, ਤੇ ਦੂਜਾ ਦਮ 'ਚ ਕੀ ਹੋਣਾ ਕੋਈ ਪਤਾ ਨਹੀਂ। ਤਾਂ ਮਹਾਰਾਜ ਦੀ ਗੱਲ ਨੂੰ ਥੋੜਾ ਸਮਝੀਏ। ਖਿੰਤਾ ਕਾਲ ਕੁਆਰੀ ਕਾਇਆ, ਕਾਇਆ ਨੂੰ ਸ਼ੁੱਧ ਰੱਖੋ ਕਹਿ ਰਹੇ ਆ। ਡੋਂਟ ਸਟਿਮੂਲੇਟ ਦ ਮਾਈਂਡ ਵਿਦ ਫਿਜ਼ੀਕਲ ਸਟਿਮੂਲੈਂਟਸ, ਇੱਕ ਗੱਲ। ਦੂਸਰਾ, ਇਸ਼ਨਾਨ ਵੀ ਸਾਹਿਬ ਨੇ ਨਾਲ ਨਾਲ ਦੱਸਿਆ, ਜਦੋਂ ਅਭਿਆਸ 'ਚ ਬੈਠੋ ਇਸ਼ਨਾਨ ਕਰਕੇ ਬੈਠੋ, ਨਾਮ ਦਾਨ ਇਸ਼ਨਾਨ। ਮੈਂ ਮੰਨ ਰਿਹਾ ਵਾ ਕਿ ਇਸ਼ਨਾਨ ਸੁਰਤ ਦਾ ਵੀ ਇਸ਼ਨਾਨ ਹੈ, ਪਰ ਮੈਨੂੰ ਐਕਸਪੀਰੀਅੰਸ ਹੈ ਕਿ ਜਦੋਂ ਮੈਂ ਇਸ਼ਨਾਨ ਕਰਕੇ ਅਭਿਆਸ 'ਚ ਬੈਠਦਾ ਉਹਦਾ ਰੰਗ ਕੁਝ ਹੋਰ ਹੁੰਦਾ, ਉਹਦੇ ਬਿਨਾਂ ਬੈਠਦਾ ਰੰਗ ਕੁਝ ਹੋਰ ਹੁੰਦਾ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ। ਜੁਗਤ ਕੀ ਹੈ ਭਾਈ ਜੀ? ਵਾਟ ਇਜ਼ ਦ ਮੈਥਡ? ਸ਼ਬਦ ਔਰ ਸੁਰਤ। ਸਾਡਾ ਗੁਰੂ ਹੈ ਸ਼ਬਦ ਔਰ ਇਕਾਗਰ ਮਨ। ਮੂਲ ਮੰਤਰ ਵੀ ਲੈ ਲਓ, ਆ ਜਨਮ ਮੂਲ ਮੰਤਰ ਨੂੰ ਇਸ ਤਰ੍ਹਾਂ ਜਾਪ ਕਰ ਲਓ ਜਿਵੇਂ ਮੂਲ ਮੰਤਰ ਔਰ ਤੁਹਾਡੇ 'ਚ ਕੋਈ ਭੇਦ ਹੀ ਨਾ ਹੋਏ। ਇਹ ਕਹਾਣੀ ਖੁੱਲਦੀ ਜਾਏਗੀ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਾਣੀ ਜਿਹੜੀ ਹੈ ਤੁਰਦੀ ਬਾਣੀ ਆਈ, ਇਹ ਮਾਈਂਡ ਦੀ, ਮਨ ਨੂੰ ਨਾਮ ਨਾਲ ਜੋੜਨ ਦੀ ਵਿਧੀ ਹੈ, ਜਿਸ ਨੂੰ ਜੁਗਤ ਕਹਿ ਰਹੇ। ਸੁਣੀਏ ਦੁਖ ਪਾਪ ਕਾ ਨਾਸ। ਕੀ ਸੁਣਨਾ? ਨਾਮ ਨੂੰ ਸੁਣਨਾ। ਸੂਫੀ ਇਹਨੂੰ ਕਹਿੰਦੇ ਹੈ ਸਾਊਂਡ ਆਫ ਸਾਇਲੈਂਸ। ਜ਼ੈਨ ਬੁੱਧਿਜ਼ਮ ਵਿੱਚ ਕਹਿੰਦੇ ਜ਼ਾਜ਼ੈਨ, ਸਾਊਂਡ ਆਫ ਸਾਇਲੈਂਸ। ਕੀ ਹੋਇਆ? ਮਨ ਜਦੋਂ ਸ਼ਾਂਤ ਹੋ ਗਿਆ, ਮਨ ਵਿੱਚ ਕੋਈ ਆਵਾਜ਼, ਕੋਈ ਫੁਰਨਾ ਹੀ ਨਹੀਂ ਰਹਿ ਗਿਆ, ਕੋਈ ਥਾਟ ਹੀ ਨਹੀਂ ਆ ਰਹੀ। ਹੁਣ ਇਕਾਗਰ ਮਨ ਹੋ ਗਿਆ। ਇਹ ਹੁਣ ਅਹਰਨ ਮਤ,
ਜਤ ਪਹਾਰਾ ਵਿੱਚ ਵੀ ਇਹੀ ਗੱਲ ਸਾਹਿਬ ਦੱਸਦੇ ਹੈ, ਉੱਥੇ ਵੀ ਮਿੰਟ ਬਣਾਈ ਹੈ ਉਹਨਾਂ ਨੇ, ਅਲੱਗ-ਅਲੱਗ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਸ਼ਬਦ ਦੀ ਕਮਾਈ ਕਰਨੀ ਹੈ। ਆਈ ਪੰਥੀ ਜੁਗਤ ਡੰਡਾ ਪ੍ਰਤੀਤ, ਇਹ ਸਾਧੂ ਯੋਗੀ ਦੇ ਡੰਡੇ ਦੀ ਗੱਲ ਹੋ ਰਹੀ ਹੈ। ਯੋਗੀ ਦੇ ਖਿੰਥਾ ਜੋ ਉਹਦਾ ਖਿੰਥਾ ਹੈ, ਉਹਦੇ ਕਵਰ ਜੋ ਹੁੰਦਾ ਬੋਡੀ ਵਿੱਚ, ਉਹ ਕੱਪੜਾ ਪਾਉਂਦਾ, ਉਹ ਖਿੰਥਾ ਹੈ। ਉਹ ਆਪਣੇ ਸਰੀਰ ਵਿੱਚ ਰਾਖ ਲਗਾਉਂਦਾ ਹੈ, ਕਿਉਂਕਿ ਜੰਗਲ 'ਚ ਬੈਠਦਾ ਹੈ, ਉਹਨੂੰ ਜਾਨਵਰ ਦਾ ਡਰ ਹੈ, ਉਹਨੂੰ ਕੀੜਿਆਂ ਦਾ ਡਰ ਹੈ, ਉਹ ਰਾਖ ਹੀ ਲਗਾਉਂਦਾ ਰਹਿੰਦਾ, ਆਪਣੇ ਆਪ ਨੂੰ ਭਸਮ ਕਰਦਾ ਕਿ ਜੀ ਰਾਖ ਭਸਮ ਮਲ ਲੈਂਦਾ ਸਰੀਰ ਤੇ। ਤਾਂ ਫਿਰ ਕੀ ਕਹਿੰਦੇ, ਆਈ ਪੰਥੀ। ਹੁਣ ਆਈ ਪੰਥੀ ਉਸ ਪੰਥ ਦਾ ਨਾਮ ਹੈ, ਯੋਗੀਆਂ ਦੇ ਸੈਕਟ ਦਾ ਨਾਮ ਹੈ, ਸਗਲ ਜਮਾਤੀ। ਗੁਰੂ ਨਾਨਕ ਕਹਿ ਰਿਹਾ ਮੇਰੀ ਤਾਂ ਸਾਰੀ ਜਮਾਤ ਹੈ। ਹੁਣ ਥੋੜਾ ਜਿਹਾ ਇਹਨੂੰ ਵਿਚਾਰਨਾ ਹੈ। ਸਗਲ ਜਮਾਤ ਹੈ, ਸਪਿਰਿਚੁਅਲਿਟੀ ਦੁਨੀਆ ਦੀ ਇੱਕੋ ਹੀ ਹੈ, ਦੋ ਨਹੀਂ ਹਨ। ਇਸ ਭਾਵ ਨਾਲ ਦੇਖਾਂਗੇ ਤੇ ਧਰਮ ਵੀ ਇੱਕੋ ਹੀ ਹੈ, ਦੋ ਨਹੀਂ ਹਨ। ਧਰਮ ਮਤਲਬ ਮੇਰਾ ਅਸਲ ਨੇਚਰ ਜੋ ਹੈ, ਮਨ ਦਾ ਅਸਲ ਰੂਪ, ਬਿਯੋਂਡ ਦ ਕੰਡੀਸ਼ਨਡ ਮਾइंड ਇੱਕੋ ਹੀ ਹੈ, ਦੋ ਨਹੀਂ ਹਨ। ਤਾਂ ਮਹਾਰਾਜ ਕਹਿੰਦੇ ਹੈ ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਤੂੰ ਵਿਕਟੋਰੀਅਸ ਜਾਣਾ ਹੈ, ਤੂੰ ਸਕਸੈਸਫੁਲ ਜਾਣਾ ਹੈ, ਮਨ ਦੇ ਅੰਤਰ ਤਹਿ ਵਿੱਚ ਚਲੇ ਜਾ, ਮਨ ਦੇ ਰੰਗ ਵਿੱਚ, ਨਾਮ ਦੇ ਵਿੱਚ ਮਨ ਨੂੰ ਰੰਗ ਦੇ। ਉਡਾਰੀ ਮਾਨ ਸ਼ਬਦ ਦੀ, ਜਿਵੇਂ ਭਗਤ ਕਬੀਰ ਉਸ ਦਿਨ ਸਮਝਾ ਰਹੇ ਸਨ ਕਿ ਮੈਂ ਤਾਂ ਭਾਈ ਮੇਰੇ ਕੋਲ ਘੋੜਾ ਹੈ, ਕਹਿੰਦੇ ਸਨ ਕਿ ਐਸੇ ਘੋੜੇ ਨੂੰ ਮੈਂ ਲੈ ਕੇ ਦਸਮ ਦੁਆਰ 'ਚ ਪਹੁੰਚ ਜਾਂਦਾ ਵਾਂ, ਆਪਣੇ ਵਿਚਾਰ ਸਵਾਰੀ ਕੀਜੇ, ਸਹਿਜ ਕੇ ਪਾਵੜੇ ਪਗ ਧਰਤੀ। ਕੀ ਮਤਲਬ ਹੈ ਇਹਦਾ? ਕਿਧਰ ਉਡਾਰੀ ਕਰ ਰਹੇ? ਮਨ ਤੋਂ ਪਰੇ ਦੀ ਅਵਸਥਾ ਦੀ ਗੱਲ ਕਰ ਰਹੇ। ਮਨ ਪਿੱਛੇ ਰਹਿ ਗਿਆ, ਸੋਚ ਪਿੱਛੇ ਰਹਿ ਗਈ, ਥਾਟਸ ਪਿੱਛੇ ਰਹਿ ਗਏ, ਸੰਸਕਾਰ ਵੀ ਵਿੱਚੇ ਚਲੇ ਗਏ, ਮੰਦਾ ਚੰਗਾ ਸਾਰਾ ਉਹ ਵੀ ਗਿਆ। ਹੁਣ ਤੇ ਕਿਰਪਾ ਦੇ ਘਰ ਵਿੱਚ ਆ ਗਿਆ। ਕੱਲ ਬੇਗਮਪੁਰਾ ਦੀ ਗੱਲ ਪਰਸੋਂ ਕਰਦੇ ਸੀ, ਮਹਿਰਮ ਮਹਿਲ ਨਾ ਕੋ ਅਟਕਾਵੇ, ਇੱਥੇ ਸਾਰਾ ਸਦਾ ਹੀ ਨਦਰ ਹੈ, ਇੱਥੇ ਸਦਾ ਹੀ ਕਿਰਪਾ ਹੈ। ਹੈ ਕੋਈ ਇਹੋ ਜਿਹਾ ਦੇਸ਼ ਜਿੱਥੇ ਮੈਂ ਜਾ ਸਕਾਂ, ਪ੍ਰੇਮ ਦੇ ਵਿੱਚ ਰਸ, ਆਪਣੇ ਆਪ ਨੂੰ ਰਸ ਵਿੱਚ ਰੰਗ ਦੇਵਾਂ, ਆਨੰਦ ਨਾਲ ਭਰ ਜਾਵਾਂ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮਾਫ ਕਰਨਾ, ਇਹ ਪੋਟੈਂਸ਼ੀਅਲ ਸਾਡੇ ਸਾਰਿਆਂ 'ਚ ਹੈ, ਆਪ ਦੇ ਹਰ ਇੱਕ ਦੇ ਵਿੱਚ ਇਹ ਪੋਟੈਂਸ਼ੀਅਲ ਹੈ, ਮੇਰੇ ਵਿੱਚ ਹੈ। ਤਾਂ ਇਸ ਸ਼ਬਦ ਦੀ ਅਭਿਆਸ ਦੀ ਗੱਲ ਕਿਉਂ ਕਰ ਰਹੀ ਹੈ? ਇਹ ਸਾਰੀ ਵਿਚਾਰ ਅਸੀਂ ਕਿਉਂ ਕਰਨੀ ਹੈ? ਜਦ ਤੱਕ ਅਸੀਂ ਮਨ ਵਿੱਚ ਜਿਹੜੇ ਮਨ ਦੇ ਡਾਇਰੈਕਸ਼ਨ ਹੈ ਉਹਨੂੰ ਬਦਲੀਏ ਨਾ। ਜੇ ਮੈਂ ਤੈਅ ਕਰ ਲਵਾਂ ਕਿ ਇਸ ਜੀਵਨ ਦੇ ਜੀਂਦੇ ਜੀ ਮੈਂ ਇਸ ਮਨ ਜੀਤੇ ਜਗ ਜੀਤ ਵਾਲੀ ਗੁਰੂ ਨਾਨਕ ਦੀ ਕਮਾਈ ਕਰਨੀ ਹੈ, ਤਾਂ ਫਿਰ ਤੇ ਗੁਰੂ ਨਾਨਕ ਨੂੰ ਮਿਲ ਸਕਦੇ ਆ। ਨਹੀਂ ਤਾਂ ਸੁਣੀ ਸੁਣਾਈ ਗਈ, ਫਿਰ ਕਿੱਧਰ ਜਾਣਾ ਹੈ ਕਿੱਧਰ ਨਹੀਂ ਜਾਣਾ, ਕੀ ਪਤਾ ਕੀ ਹੋਣਾ ਰੰਗ। ਕਹਿੰਦੇ ਨੇ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਆਦੇਸ਼ ਤਿਸੇ ਆਦੇਸ਼। ਇੱਕੋ ਵੇਸ ਹੈ ਉਹਦਾ, ਇੱਕੋ ਰੂਪ ਲੱਗਦਾ ਹੈ, ਆਦ ਤੋਂ ਅੰਤ ਤੋਂ ਇੱਕੋ ਹੈ, ਅਨਾਹਤ ਬਾਣੀ ਦੇ ਵਿੱਚ ਵਸਦਾ ਹੈ। ਕਿਸੇ ਨੂੰ ਕੋਈ ਮਿਲ ਜਾਏ ਆਪਸ਼ਨ ਕਿ ਭਾਈ ਮੈਂ ਤੈਨੂੰ 5 ਲੱਖ ਰੁਪਏ ਦਿੰਦਾ, ਮੈਨੂੰ ਤਾਂ ਐਕਸਪੀਰੀਅੰਸ ਕਰਾ ਦੇ ਖੁਸ਼ੀ ਦਾ, ਤੇ ਲੋਕ ਖਰਚਦੇ ਨੇ, ਫਲਾਈਟ ਲੈ ਕੇ ਜਾਣਗੇ, ਜਗ੍ਹਾ ਨਵੀਂ ਜਗ੍ਹਾ ਤੇ ਜਾਣਗੇ, ਮਨ ਆਨੰਦ ਨਾਲ ਭਰ ਜਾਏਗਾ, ਤੇ ਕਹਿਣਗੇ ਚਲੋ 10-15 ਲੱਖ ਰੁਪਏ ਖਰਚ ਹੀ ਦਿੱਤਾ ਨਾ, ਪਰ ਮਜ਼ਾ ਬੜਾ ਆਇਆ, ਇਟ ਵਾਜ਼ ਰੀਅਲੀ ਨਾਈਸ। ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ ਹੈ ਕਿ ਟਿਕਟ ਤੈਨੂੰ ਸ਼ਬਦ ਦਾ ਦੇ ਰਹੇ ਆ, ਮਨ ਦੇ ਅੰਦਰ ਜਾ ਕੇ ਉਡਾਰੀ ਮਾਰ, ਔਰ ਇੱਥੇ ਕੋਈ ਪੈਸਾ ਨਹੀਂ ਲੱਗਣਾ। ਇੱਕੋ ਚੀਜ਼ ਦੇਣੀ ਹੈ, ਤੂੰ ਆਪਣੇ ਮਨ ਨੂੰ ਵੇਚਣਾ ਹੈ, ਔਰ ਜੋ ਤੂੰ ਐਕਸਪੀਰੀਅੰਸ ਕਰਦਾ ਹੈ 15 ਲੱਖ ਨਾਲੋਂ ਉੱਤੇ ਕਿਤੇ ਗੁਣਾ ਜ਼ਿਆਦਾ ਰੰਗ ਹੈਗਾ ਇਹਦਾ। ਇਸ ਆਨੰਦ ਦਾ ਕੋਈ ਮੁੱਲ ਨਹੀਂ ਹੈ। ਨਹੀਂ ਤੇ ਕਿਉਂ ਗੁਰੂ ਨਾਨਕ ਸੱਤ ਦੀ ਗੱਲ ਕਰਦੇ ਫਿਰਦੇ ਬਾਰ-ਬਾਰ? ਮੈਂ ਉਹ ਜਿਹੜੀ ਆਪ ਨੂੰ ਸਟੋਰੀ ਸਮਝਾਈ, ਆਪ ਸਮਝੋ ਕਿ ਗੁਰੂ ਨਾਨਕ ਉਹ ਪੇਰੈਂਟ ਹੈ ਜਿਸਨੇ ਬੱਚਾ ਭੇਜਿਆ, ਆਪ ਨੂੰ ਭੇਜਿਆ ਪਿਆਰ ਨਾਲ, ਮੈਨੂੰ ਭੁੱਲੀ ਨਾ ਯਾਰ, ਮੈਨੂੰ ਯਾਦ ਕਰਦਾ ਰਹੀ, ਦਸਤਕ ਦਿੰਦਾ ਰਹੀ, ਕਿੱਥੇ ਹੈ ਤੂੰ, ਮੈਂ ਮੈਸੇजेस ਭੇਜਦਾ ਰਹਾਂਗਾ, ਆਈ ਟੇਕ ਕੇਅਰ ਆਫ ਯੂ। ਮੈਂ ਉਹਦੇ ਪ੍ਰੇਮ ਦੀ ਚਿੱਠੀ ਨਾਲ ਰੱਖੀ ਕਿ ਫਾੜ ਕੇ ਸਿੱਟ ਦਿੱਤੀ, ਇੰਨਾ ਹੀ ਫਰਕ ਹੈ। ਗੁਰੂ ਤੇ ਨਾਲ ਹੈ ਮੇਰੇ ਹਮੇਸ਼ਾ, ਔਰ ਫਿਰ ਉਹ ਸਾਡੀ ਗਲਤੀਆਂ ਮਾਫ ਕਰਨ ਨੂੰ ਬੈਠਾ ਹੈ, ਪ੍ਰੋਵਾਈਡਡ ਕਿ ਮੈਂ ਮਨ ਨੂੰ ਡ੍ਰੌਪ ਕਰਨ ਨੂੰ ਤਿਆਰ ਹੋਵਾਂ। ਤਾਂ ਮਨ ਦੇ ਅੰਦਰ ਰਹਿ ਕੇ ਮੈਂ ਕਹਾਂ ਮੈਂ ਗਲਤੀਆਂ ਕਰਦਾ ਜਾਵਾਂਗਾ ਜੀ, ਮਾਫੀ ਮਿਲਦੀ ਜਾਏਗੀ, ਇਹ ਖੇਡ ਨਹੀਂ ਹੋਣੀ। We cannot have our cake and eat it too। ਕਿਉਂਕਿ ਹੁਣ ਇੱਥੇ ਇੱਕ ਬੜੀ ਗੱਲ ਨਿਰਾਲੀ ਹੈ ਕਿ ਦਰਅਸਲ
ਅਸੀਂ ਚਾਹੁੰਦੇ ਆ to hold on to myself. We want to hold on to a droplet and never be the ocean. The difference between the droplet and the ocean is only me. I need to drop me. I need to be able to be in a state of being where I don't have any identity, and I need to get used to that. आप समझना, मैं गल उस दिन भी कीती सी. Am I ready? Am I in a position to live without the ego? That's a very big question. Ego ਦਾ ਮਤਲਬ ਕੀ है? You are somebody's wife. You have defined your mind. This is where we live. We don't live beyond it. So how do we learn to live beyond it? Naam is without ego. ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਏ. ਤਾਂ ਪ੍ਰੇਮ ਨਾਲ ਨੀਵੇਂ ਹੋ ਕੇ, ਨਿਮਾਣੇ ਹੋ ਕੇ, ਹਜ਼ੂਰੀ ਵਿੱਚ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਨਾਮ ਦਾ ਅਭਿਆਸ ਕਰਾਂਗੇ ਤਾਂ ਮਨ ਜੁੜਨਾ ਸ਼ੁਰੂ ਹੋ ਜਾਏਗਾ, ਮਨ ਨੂੰ ਰੰਗ ਚੜ੍ਹਨਾ ਸ਼ੁਰੂ ਹੋ ਜਾਏਗਾ, ਟੇਬਲ ਦੇ ਸ਼ੀਸ਼ੇ ਦੀ ਸਫਾਈ ਹੋਣੀ ਸ਼ੁਰੂ ਹੋ ਜਾਏਗੀ, ਜਿਹੜਾ ਪਾਣੀ ਖੜਾ ਹੈ ਪੌਂਡ ਦੇ ਵਿੱਚ ਉਹਦਾ ਡਸਟ ਸੈਟਲ ਹੋਣਾ ਸ਼ੁਰੂ ਹੋ ਜਾਏਗਾ. You will be able to see the bottom, get a glimpse sometimes. ਜਿਵੇਂ ਉਸ ਦਿਨ ਵੀਰ ਕਹਿੰਦੇ ਸੀ ਕਦੇ ਕਦੇ ਤੇ ਆਨੰਦ ਆਉਂਦਾ ਹੈ. ਕਦੇ ਕਦੇ ਨੂੰ ਜ਼ਿਆਦਾ ਬਣਾਉਣਾ ਤਾਂ ਉਹ ਰੈਗੂਲਰ ਕਰਨਾ ਪੈਣਾ, ਸੰਗਤ ਵਿੱਚ ਵੀ ਕਰਨਾ ਪੈਣਾ. ਔਰ ਮਾਫ ਕਰਨਾ, ਗੁਰੂ ਨਾਨਕ ਤਾਂ ਸਾਡੇ ਘਰ ਦੇ ਸਾਹਮਣੇ ਖੜਾ ਸਾਨੂੰ ਕਹਿ ਰਿਹਾ ਕਿ ਇਹ ਲਓ ਤਾਂ ਸਹੀ, but we want to hold on to the droplet because that's our comfort zone. We have created these ideas of ourselves, which is a changing paradigm forever, and we want to grip on to it because that's all we know. We don't have the ability to live beyond the I. ਵਿਵੇਕਾਨੰਦ ਦੀ ਕਥਾ ਹੈ ਸ਼ੁਰੂ ਦੀ, ਨਰਿੰਦਰ ਨਾਥ ਸੀ ਉਹਦਾ ਤੇ ਰਾਮਕ੍ਰਿਸ਼ਨ ਪਰਮਹੰਸ ਨੂੰ ਮਿਲਣ ਗਿਆ. ਰਾਤ ਦੇ ਟਾਈਮ ਸੀ, ਕਿਤੇ ਦਿਨੇ ਦਾ ਟਾਈਮ ਸੀ, ਉਸ ਨੂੰ ਮਿਲਣ ਗਿਆ ਤੇ ਉਹ ਪੁੱਛਦਾ ਸੀ ਸਾਰਿਆਂ ਨੂੰ, ਹੈਵ ਯੂ ਸੀਨ ਗੋਡ? ਤੇ ਰਾਮਕ੍ਰਿਸ਼ਨ ਨੂੰ ਪੁੱਛਿਆ ਉਹਨੇ, ਹੈਵ ਯੂ ਸੀਨ ਗੋਡ? ਪਹਿਲੇ ਕਈ ਸਾਧੂਆਂ ਨੂੰ, ਉਹਨੇ ਹਜ਼ਾਰਾਂ ਸਾਧੂਆਂ ਨੂੰ ਕੁਐਸਚਨ ਪੁੱਛਿਆ ਸੀ, ਕੋਈ ਜਵਾਬ ਨਹੀਂ ਸੀ ਦਿੰਦਾ, ਘਬਰਾ ਜਾਂਦੇ ਸੀ ਸਾਰੇ. ਰਾਮਕ੍ਰਿਸ਼ਨ ਨੇ ਕਿਹਾ ਹਾਂ, ਆਰ ਯੂ ਰੈਡੀ? ਉਹਨੇ ਪੈਰ ਕੱਢਿਆ, ਉਹਦੀ ਛਾਤੀ ਤੇ ਮਾਰਿਆ ਸਿੱਧਾ, ਉਹਨਾਂ ਸੁਰਤ ਨੂੰ ਲੈ ਗਿਆ ਇਕਾਗਰ ਮਨ ਵਿੱਚ. ਉਹ ਘਬਰਾ ਗਿਆ ਵਿਵੇਕਾਨੰਦ, ਕਹਿੰਦਾ ਵਾਟ ਆਰ ਯੂ ਡੂਇੰਗ, ਵਾਟ ਹੈਵ ਯੂ ਡਨ? ਮੈਂ ਤੇ ਨਰਿੰਦਰ ਹਾਂ, I have a father, I have a mother. ਉਹ ਆਪਣੀ ਆਇਡੈਂਟੀਟੀ ਪਾਲ ਰਿਹਾ, ਕਿੱਥੇ ਮੇਰੀ ਆਇਡੈਂਟੀ? I have to go back there. I can't live here. This is, I don't have, there is no identity here. ਤਾਂ ਮਨ ਦੀ ਸੁਰਤ ਨੂੰ ਤਿਆਰ ਕਰਨਾ ਹੈ to live without the identity. ਨਾ ਇਹ ਸਰੀਰ ਮੇਰੀ ਆਇਡੈਂਟੀਟੀ ਹੈ. ਜੋ ਤਨ ਉਪਜਿਓ ਸੰਗ ਹੀ ਸੋ ਵੀ ਸੰਗ ਨਾ ਹੋਵਾ. ਸਰੀਰ ਦੇ ਨਾਲ ਸਾਰਾ ਕੁਝ ਅਟੈਚਡ ਹੈ, ਇਮੋਸ਼ਨਸ ਅਟੈਚਡ ਨੇ ਸਰੀਰ ਦੇ ਥਰੂ. ਜਿਸ ਦਿਨ ਸਰੀਰ ਜਾਏਗਾ ਇਮੋਸ਼ਨਸ ਤਾਂ ਥੋੜੀਆਂ ਰਹਿਣਗੀਆਂ, ਪਰ ਕੁਝ ਸਮੇਂ ਬਾਅਦ ਹੁਣ ਆਪਣਾ ਰੰਗ ਚੜ ਦੇਣਗੇ. ਕਿਤਨੀ ਇਮੋਸ਼ਨਸ ਰਹਿਣਗੀ ਜਦ ਫਿਜ਼ੀਕਲੀ ਪ੍ਰੈਜ਼ੈਂਟ ਹੀ ਨਹੀਂ ਹੋਵਾਂਗੇ ਅਸੀਂ. ਇਸ ਮਨ ਕੋ ਕੋਈ ਖੋਜੋ ਭਾਈ, ਤਨ ਗਿਆ ਮਨ ਕਹਾਂ ਸਮਾਈ. ਸਰੀਰ ਜਾਏਗਾ, ਮਨ ਕਿਧਰ ਜਾਏਗਾ? The potential of our existence is absolute anand, full of love. We can deny ourselves and not go there. That's our choice. Then we should not blame others for where we are, ਕਿਉਂਕਿ ਅਸੀਂ ਉਹਦਾ ਪੋਟੈਂਸ਼ੀਅਲ ਐਕਸਪਲੋਰ ਕੀਤਾ ਨਹੀਂ. ਗੁਰੂ ਸਾਹਿਬ ਸਾਨੂੰ ਹੁਣ ਇਸ ਸ਼ਬਦ ਦੇ ਵਿੱਚ ਸਮਝਾ ਰਹੇ ਹੈ ਕਿ ਅਸੀਂ ਸਿੰਘ ਦੀ ਸ਼ਰਨ ਆਏ ਹਾਂ, ਕਿ ਜਗਤ ਦਾ ਗੁਰੂ ਕਾਹਦਾ ਹੋਇਆ ਜੇ ਮੇਰੇ ਕਰਮ ਨਹੀਂ ਮਿਟਾ ਸਕਦਾ. ਉਸ ਦਿਨ ਅਸੀਂ ਗੱਲ ਵਿਚਾਰੀ ਸੀ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ. ਜਦੋਂ ਮੇਰਾ ਲੇਖਾ ਮੰਗਣ ਆਏਗਾ ਕੋਈ, ਉਹ ਨਾਲ ਗੁਰੂ ਖੜਾ ਹੋਏਗਾ. ਤਾਂ ਗੁਰੂ ਹੈ ਮੇਰਾ, ਤਾਂ ਹੀ ਤੇ ਗੁਰੂ ਹੈ. ਮੈਂ ਉਹਦਾ ਸਿੱਖ ਹਾਂ, ਮੈਂ ਉਹਦੇ ਲਈ ਪ੍ਰੇਮ ਉਹਦੇ ਲਈ ਕਾਹਦੇ ਲਈ ਰੱਖਿਆ, ਇਹੀ ਤੇ ਗੱਲ ਹੈ. ਅੱਗੇ ਇੱਕ ਬੜੀ ਪਿਆਰੀ ਐਨਾਲੋਜੀ ਵਰਤਦੇ ਹੈ, ਕਹਿੰਦੇ ਨੇ ਸਿੰਘ ਸਰਨ ਕਤ ਜਾਈਏ ਜੋ ਜੰਬੁਕ ਗਰਾਸੇ. ਕਹਿੰਦੇ ਅਗਰ ਸ਼ੇਰ ਦੀ ਸਰਨ ਮੈਂ ਕਾਹਦੇ ਵਾਸਤੇ ਜਾਵਾਂਗਾ, ਅਗਰ ਉਹ ਮੈਨੂੰ ਜੈਕਲ ਤੋਂ ਨਹੀਂ ਬਚਾ ਸਕਦਾ, ਭੇੜੀਏ ਤੋਂ ਨਹੀਂ ਬਚਾ ਸਕਦਾ, ਸ਼ੇਰ ਮੈਨੂੰ ਭੇੜੀਏ ਤੋਂ ਨਹੀਂ ਬਚਾ ਸਕਦਾ, ਫਿਰ ਮੈਂ ਕਿਉਂ ਦੀ ਸ਼ਰਨ ਜਾਵਾਂਗਾ? ਕਿਉਂਕਿ ਉਹ ਬਚਾ ਸਕਦਾ. ਇਸ ਕਰਕੇ ਇਸ ਮੇਰਾ ਗੁਰੂ, ਮੇਰੇ ਗੁਰੂ ਦਾ ਪ੍ਰਸਾਦ, ਉਹਦੀ ਨਦਰ, ਨਦਰ ਦਾ ਸਾਈਕਲ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ. ਨਦਰ ਦਾ ਸਾਈਕਲ ਕਰਮ ਦੇ ਸਾਈਕਲ ਨੂੰ ਤੋੜ ਦਿੰਦਾ, ਉਸ ਤੋਂ ਸੁਪੀਰੀਅਰ ਹੈ. ਇਹਨੂੰ ਲਾਈਟਲੀ ਨਾ ਲੈਣਾ ਆਪ, ਕਿਉਂਕਿ ਨਦਰ ਦਾ ਸਾਈਕਲ ਅਸੀਂ ਨਹੀਂ ਜੀ ਰਹੇ, ਅਸੀਂ ਕਰਮ ਦੇ ਸਾਈਕਲ ਵਿੱਚ ਹੀ ਜੀਂਦੇ ਹਾਂ. ਔਰ ਕਰਮ ਦੇ ਸਾਈਕਲ ਨੂੰ ਇਤਨਾ ਪ੍ਰੋਮਿਨੈਂਟ ਦਿੱਤੀ ਹੈ, ਨਜ਼ਰ ਦਾ ਸਾਈਕਲ ਕਿਧਰੇ ਫਿਗਰ ਹੀ ਨਹੀਂ ਹੋ ਰਿਹਾ. ਕਰਮ ਦਾ ਸਾਈਕਲ ਹਿਸਾਬ ਕਿਤਾਬ ਦਾ ਸਾਈਕਲ ਹੈ, ਅਕਾਊਂਟ ਹੈ.
ਨਦਰ ਦਾ ਸਾਈਕਲ ਪ੍ਰੇਮ ਦਾ ਸਾਈਕਲ ਹੈ, ਅਕਾਊਂਟ ਨੂੰ ਫਾੜ ਦਿੰਦਾ ਹੈ। ਕਰਮ ਦਾ ਸਾਈਕਲ ਜੀਵਨ ਵਿੱਚ ਸੁੱਖ ਔਰ ਦੁੱਖ ਨੂੰ ਭਾਲਣ ਦੀ ਭਾਗ ਹੈ, ਜਿਹਦੇ ਵਿੱਚ ਉਹ ਆਂਦੇ ਹੀ ਰਹਿਣਗੇ। ਨਦਰ ਦਾ ਸਾਈਕਲ ਆਨੰਦ ਦੀ ਭਾਲ ਹੈ, ਅਨਕੰਡੀਸ਼ਨਲ ਲਵ ਹੈ। ਕਰਮ ਦਾ ਸਾਈਕਲ ਕਾਮਨਾ ਨਾਲ ਲਿੰਕ ਰੱਖਦਾ ਹੈ, ਡਿਜ਼ਾਇਰਸ ਨਾਲ। ਮੈਂ ਕਰਮ ਵਿੱਚ ਕਰਦਾ ਜਾਵਾਂ ਤੇ ਮੈਨੂੰ ਚੰਗਾ ਮਿਲਦਾ ਜਾਏਗਾ। ਨਦਰ ਦਾ ਸਾਈਕਲ ਨਿਰੰਕਾਰ ਦੇ ਘਰ ਜਾਣ ਦੀ ਗੱਲ ਹੈ, ਆਪਣੇ ਮਨ ਦੇ ਆਨੰਦ ਨੂੰ ਜਾਣਨ ਦੀ ਗੱਲ ਹੈ। ਬੜਾ ਫਰਕ ਹੈ ਦੋਨਾਂ 'ਚ। ਤਾਂ ਕਦੇ ਵਾਰੀ ਕੁਐਸਚਨ ਲੋਕ ਪੁੱਛਦੇ ਆ ਫੇਟ ਡੈਸਟੀਨੀ ਹੈ ਕਿ ਨਹੀਂ ਹੈ, ਇਹਦਾ ਰਿਲੇਸ਼ਨ ਨਦਰ ਔਰ ਕਰਮ ਨਾਲ ਹੈ। ਜਿਹੜਾ ਕਰਮ ਵਿੱਚ ਰਹਿੰਦਾ ਹੈ ਉਹਦੀ ਫੇਟ ਡੈਸਟੀਨੀ ਕਰਮ ਵਿੱਚ ਬੰਨੀ ਹੋਈ ਹੈ। ਜਿਹੜਾ ਨਦਰ ਵਿੱਚ ਰਹਿੰਦਾ ਹੈ ਉਹ ਸਭ ਕੱਟਣ ਜੋਗਾ ਹੈ। ਨਦਰ ਵਿੱਚ ਕੌਣ ਰਹੇਗਾ? ਜਿਹੜਾ ਨਾਮ ਅਭਿਆਸ ਕਰੇਗਾ, ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣੇ, ਉਹਦੇ ਜੀਵਨ ਨੂੰ ਜੀਏ। ਮੇਰੇ ਤੇ ਕਿਰਪਾ ਅਗਰ ਹੋ ਜਾਏ, ਮੈਂ ਆਪਣਾ ਜੀਵਨ ਪਲਟ ਦਿਆਂ। ਐਸੇ ਜਨਮ ਵਿੱਚ ਜਿਤਨੇ ਸਵਾਸ ਬਚੇ ਹੈ, ਕਰ ਬੰਦੇ ਤੂੰ ਬੰਦਗੀ ਚਿੱਚਰ ਘਟ ਮੇ ਸਵਾਸ। ਜਿਤਨੇ ਮੇਰੇ ਸਵਾਸ ਨੇ ਮੈਂ ਬੰਦਗੀ ਕਰਾਂ। ਤਾਂ ਮਹਾਰਾਜ ਕਹਿ ਰਹੇ ਹੈ ਕਿ ਸਿੰਘ ਦੀ ਸ਼ਰਨ ਮੈਂ ਆ ਗਿਆ, ਨਦਰ ਦੀ ਸ਼ਰਨ ਮੈਂ ਆ ਗਿਆ, ਹੁਣ ਕਰਮਾਂ ਦਾ ਮੈਨੂੰ ਡਰ ਨਹੀਂ ਰਹਿ ਗਿਆ। ਇਹਦਾ ਮਤਲਬ ਨਹੀਂ ਕਿ ਮੈਂ ਮਾੜੇ ਕਰਮ ਕਰਨ ਲੱਗਾ। ਮੇਰੇ ਕਰਮ ਗਾਈਡਡ ਬਾਏ ਨਾਮ ਹੈ, ਮੇਰੇ ਕਰਮ ਗਾਈਡਡ ਬਾਏ ਆਨੰਦ ਹੈ, ਮੇਰੇ ਕਰਮ ਗਾਈਡਡ ਬਾਏ ਨਦਰ ਹੈ, ਮੇਰੇ ਕਰਮ ਗਾਈਡਡ ਬਾਏ ਜੋਤ ਹੈ। ਉਹ ਕਰਮ ਦਾ ਤੇ ਕਲਰ ਹੀ ਕੁਝ ਹੋਰ ਹੈ, ਕਿਉਂਕਿ ਮੇਰਾ ਮਨ ਪ੍ਰੇਮ ਵਿੱਚ ਰੁੱਝਿਆ ਹੈ ਤੇ ਮੈਂ ਕਿਹੜੇ ਕਰਮ ਕਰਾਂਗਾ ਜਦੋਂ ਮੈਂ ਪ੍ਰੇਮ ਵਿੱਚ ਰੁੱਝ ਜਾਵਾਂਗਾ। ਹੁਣ ਮੈਂ ਮੌਤ ਨੂੰ ਜਾਣ ਲਿਆ ਕਿ ਮੌਤ ਮੇਰੇ ਨਾਲ ਚੱਲਦੀ ਹੈ, ਕਿਹੜੇ ਕਰਮ ਕਰਾਂਗਾ ਮੈਂ? ਤੇ ਉਸ ਦਿਨ ਬੀਬਾ ਪੁੱਛਦੇ ਸੀ ਕਿ ਮੈਂ ਕਰਾਂ ਕਿ ਨਹੀਂ ਕਾਮਨਾ। ਇਹ ਮੇਰਾ ਜਵਾਬ ਨਹੀਂ ਹੈ, ਇਹ ਸਾਡੀ ਪਰਸਨਲ ਲਾਈਫ ਹੈ, ਉਹਦਾ ਫਰੀडम ਉਹ ਦਿੰਦਾ ਸਾਨੂੰ। ਤਾਂ ਅੱਗੇ ਕੀ ਸਮਝਾਉਂਦੇ ਨੇ ਫਿਰ? ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ। ਚਾਤ੍ਰਿਕ ਜਿਹੜਾ ਹੈ ਬਾਰਿਸ਼ ਦੀ ਸਵਾਤੀ ਬੂੰਦ ਦੇ, ਜਦੋਂ ਸਵਾਤੀ ਨਕਸ਼ਤਰ ਲੱਗਦਾ ਹੈ ਉਸ ਵੇਲੇ ਦੀ ਜਿਹੜੀ ਬਾਰਿਸ਼ ਹੈ ਉਸ ਨੂੰ ਪੀਣ ਦੇ ਉਡੀਕਦਾ ਹੈ। ਕਹਿੰਦੇ ਨੇ ਉਹਦੇ ਕਾਰਨ ਤਾਂ ਉਹ ਪਰੇਸ਼ਾਨ ਹੈ। ਸਵਾਤੀ ਬੂੰਦ ਕਿਹੜੀ ਹੋਈ? ਅੰਮ੍ਰਿਤ ਨੂੰ ਵੀ ਅਸੀਂ ਬੂੰਦ ਹੀ ਗਿਣਦੇ ਹਾਂ। ਅੰਮ੍ਰਿਤ ਅਭਿਆਸ ਕਰਨ ਵਾਲੇ ਨੂੰ ਅੰਮ੍ਰਿਤ ਦਾ ਜਿਵੇਂ ਕਿਰਪਾ ਹੁੰਦੀ ਜਾ ਰਹੀ ਹੈ। ਇੱਕ ਤੇ ਅੰਮ੍ਰਿਤ ਦਾ ਮਤਲਬ ਇਟਰਨਲ, ਇੱਕ ਪਰਮਾਨੈਂਟ ਹੈਪੀਨੈਸ। ਤਾਂ ਉਹ ਕਹਿੰਦੇ ਨੇ ਇੱਕ ਬੂੰਦ ਨੂੰ ਲੱਭਦਾ ਹੈ, ਇਸ ਸਮੇਂ ਲੱਭ ਰਿਹਾ ਉਹ। ਕੱਲ ਨੂੰ ਕਾਲ ਆ ਗਿਆ, ਕੱਲ ਨੂੰ ਸਮਾਂ ਆ ਗਿਆ, ਕੱਲ ਨੂੰ ਮੈਂ ਮਰ ਗਿਆ, ਕੱਲ ਨੂੰ ਜੀਵਨ ਖਤਮ ਹੋ ਗਿਆ, ਤਾਂ ਚਾਹੇ ਉਹਨੂੰ ਸਾਗਰ ਵੀ ਮਿਲ ਜਾਏਗਾ, ਕੀ ਫਾਇਦਾ ਹੈ? ਇਹਦਾ ਮਤਲਬ ਜੀਂਦੇ ਜੀ ਜੋ ਮਿਲ ਜਾਏਗਾ ਉਹੀ ਕਿਰਪਾ ਹੈ। ਜੀਣ ਤੋਂ ਬਾਅਦ ਅਸੀਂ ਇਹ ਕਮਾਈ ਨਹੀਂ ਕਰ ਪਾਵਾਂਗੇ। ਇਹ ਨਾਮ ਜਪਣ ਦੀ ਜਿਹੜੀ ਓਪਰਚੁਨਿਟੀ ਹੈ ਇਹ ਵਿਦਨ ਦਾ ਬੋਡੀ ਹੈ, ਬਿਯੋਂਡ ਨਹੀਂ ਹੈ। ਉਹ ਕਹਿੰਦੇ ਨੇ ਉਸ ਤੋਂ ਬਾਅਦ ਤੈਨੂੰ ਸਾਗਰ ਵੀ ਮਿਲ ਗਿਆ, ਕੀ ਕਰੇਗਾ? ਉਹਦਾ ਮੌਕਾ ਤੇ ਨਿਕਲ ਗਿਆ, ਅਵਸਰ ਤੇ ਨਿਕਲ ਗਿਆ। ਹੁਣ ਓਪਰਚੁਨਿਟੀ ਦੀ ਗੱਲ ਕਰਦੇ ਪਏ ਹੈ ਕਿ ਦਿਸ ਇਜ਼ ਮਾਈ ਓਪਰਚੁਨਿਟੀ, ਦਿਸ ਇਜ਼ ਮਾਈ ਟਾਈਮ, ਮੈਂ ਕਮਾ ਲਵਾਂ। ਮਹਾਰਾਜ ਫਿਰ ਦੱਸਦੇ ਹੈ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਕਿ ਅਗਰ ਉਹਦੇ ਪੰਛੀ ਦੇ ਪ੍ਰਾਣ, ਪੰਛੀ ਤਾਂ ਆਪਣੀ ਗੱਲ ਕਰ ਰਹੇ ਹੈ, ਮੈਂ ਤੇ ਪਿਆਸਾ ਵਾਂ ਉਸ ਬੂੰਦ ਲਈ, ਉਸ ਅੰਮ੍ਰਿਤ ਦੀ ਬੂੰਦ ਲਈ ਪਿਆਸਾ ਵਾਂ, ਉਸ ਪ੍ਰੇਮ ਦੀ ਕਿਰਪਾ ਲਈ ਪਿਆਸਾ ਵਾਂ, ਉਸ ਘੜੀ ਲਈ ਪਿਆਸਾ ਵਾਂ, ਉਸ ਬਖਸ਼ੇ ਜਾਣ ਦੀ ਇੱਕ ਮੋਮੈਂਟ ਲਈ ਮੈਂ ਪਿਆਸਾ ਵਾਂ। ਜਿੰਦੇ ਜੀ ਮਿਲ ਗਿਆ, ਉਸ ਤੋਂ ਬਾਅਦ ਕੀ ਮਿਲਣਾ? ਉਸ ਤੋਂ ਬਾਅਦ ਤੇ ਕਰਮਾਂ ਦਾ ਜੋ ਮੇਰੇ ਮਨ ਦੇ ਵਿੱਚ ਸੰਸਕਾਰ ਨੇ ਉਹਨਾਂ ਨੂੰ ਜੀਣਾ ਪਏਗਾ, ਉਸ ਹਿਸਾਬ ਨਾਲ ਅੱਗੇ ਜਨਮ ਲੈਣੇ ਪੈਣਗੇ। ਜਿਵੇਂ ਗੁਰੂ ਸਾਨੂੰ ਚਿੱਠੀ ਦਿੰਦਾ ਬਾਰ-ਬਾਰ, ਹੁਣ ਕਿੱਥੇ ਪਹੁੰਚਿਆ, ਕਿੱਧਰ ਜਾਣਾ ਹੈ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੇ। ਕਹਿੰਦੇ ਹੁਣ ਮੈਂ ਥੱਕ ਗਿਆ, ਆਈ ਐਮ ਟਾਇਰਡ, ਮੌਤ ਨੇੜੇ ਨਜ਼ਰ ਆ ਰਹੀ ਹੈ, ਆਈ ਐਮ ਇੰਪੇਸ਼ੈਂਟ। ਇਹ ਮਨ ਦੀ ਅਵਸਥਾ ਹੈ। ਮੇਰੇ ਤੇ ਕਿਰਪਾ ਕਰਦੇ ਭਾਈ, ਬੜ ਮੂਏ ਨਾਇਕਾ ਮਿਲੇ ਕਹੂੰ ਕਹਾਂ ਚੜਾਵੋ, ਕਹੂੰ ਕਹਾ ਚੜਾਵਿਓ। ਹੁਣ ਡੁੱਬ ਕੇ ਕੋਈ ਮਰ ਗਿਆ, ਉਸਨੂੰ ਨਾ ਸ਼ਿਪ ਬੋਟ ਮਿਲ ਜਾਏ। ਉਹ ਇੱਕ ਸ਼ੇਰ ਦਾ ਇੱਕ ਸ਼ਾਇਰ ਸੀ, ਉਹ ਕਹਿੰਦਾ ਸੀ ਜਬ किश्ती साबत व सूरत थी साहिल की तमन्ना किसको थी, अब ऐसी
शिकस्ता किश्ती पे साहिल की तमन्ना कौन करे। कहते ਜਦੋਂ ਮੇਰੀ ਕਿਸ਼ਤੀ ਪੂਰੀ ਸਾਬਤ ਔਰ ਸੂਰਤ ਥੀ, ਪੂਰਾ ਯੂਥ ਸੀ ਮੇਰੇ ਜੀਵਨ ਵਿੱਚ, એનર્ਜੀ ਸੀ ਮੇਰੇ ਕੋਲ, ਉਦੋਂ ਤਾਂ ਮੈਂ ਫੋਕਸ ਨਹੀਂ ਕੀਤਾ ਕਿ ਮੇਰੀ ਡਾਇਰੈਕਸ਼ਨ ਕੀ ਹੈ, ਕਿਉਂਕਿ ਯੂਥ ਦੇ ਵਿੱਚ ਇਹ ਗਲਤੀਆਂ ਕਰਦੇ ਆ। ਹਾਰਮੋਨਸ ਇਤਨੇ ਸਟਰੋਂਗ ਹੁੰਦੇ ਦੇ ਡਰਾਈਵ ਆਰ ਇੰਟਾਇਰ એનર્ਜੀ ਸਿਸਟਮ। ਉਸ ਵੇਲੇ ਤੇ ਸਭ ਭੁੱਲ ਜਾਂਦਾ ਦੁਨੀਆ ਵਿੱਚ, ਕਦੇ ਮਰਾਂਗਾ ਹੀ ਨਹੀਂ ਮੈਂ। कहता फिर अब ऐसी शिकस्ता किश्ती पे साहिल की तमन्ना कौन करे। कहता हुण तां मेरी मौत आ रही नेड़े, किश्ती शिकस्ता है, किश्ती जेड़ी उहदी हालत ही खराब होई हुई है, हारी हुई किश्ती है। हुण किहड़े साहिल दी तमन्ना करांगे, किहड़े गोल दी तमन्ना करिए, किहड़े गोल दा डिजायर करिए। तो जितना जवान उम्र च गुरु ग्रंथ साहब जी नूं हासिल कर लैण दा फोकस बना दे मन, उतना चमत्कार होएगा। एनर्जी लगे यूथ दी, इट विल ड्राइव द इंटायर लाइफ। गगन दमामा बाजियो पयो निशाने काओ, खेत जू मांडियो सूरमा अब जूजन को जाओ। मन नूं अर्पणा है ना असी। महाराज कहंदे कि हुण ए समा भी थोड़ा जिहा शाम होण वाली है जीवन दी, मैं बड़ा इंपेशेंट हाँ, किरपा कर। ਉਹਦੇ ਚਰਨ ਹੋਰ ਜੋੜ ਦੀ ਫੜਦੇ ਹੈ ਕਿ ਭਾਈ ਮੇਰੇ ਤੇ ਕਿਰਪਾ ਕਰ ਦੇ। ਹੁਣ ਇਹ ਜਿਹੜੀ ਲਾਈਨ ਅੱਗੇ ਇਸ ਸ਼ਬਦ ਦੀ ਹੈ, ਇਹ ਦੱਸਦੀ ਹੈ ਕਿ ਸਦਨੇ ਭਗਤ ਨੇ ਪਾ ਲਿਆ, ਕਿਉਂਕਿ ਉਹ ਇਹ ਕਹਿ ਰਹੇ ਹੈ ਕਿ ਮੈਂ ਨਹੀਂ, ਮੈਂ ਨਹੀਂ, ਮੈਂ ਹੂੰ ਨਹੀਂ। ਮੇਰੀ ਆਇਡੈਂਟੀਟੀ ਜਿਹੜੀ ਨੋਨ ਆਇਡੈਂਟੀਟੀ ਹੈ ਉਹ ਨਹੀਂ ਹੈ। ਕਿਛ ਹੋ ਨਹੀਂ, ਰਿਪੀਟ, ਨਥਿੰਗ ਆਫ ਮਾਈਨ, ਆਈ ਐਮ ਨਥਿੰਗ, ਕਿਛ ਆਹੇ ਨਾ ਮੋਰਾ। ਇਹਦੇ ਨਾਲ ਜੋ ਕੁਝ ਲਿੰਕਡ ਹੈ ਉਹ ਵੀ ਨਹੀਂ ਹੈ, ਕਿਉਂਕਿ ਮੈਂ ਹੀ ਨਹੀਂ ਹਾਂ। ਤਾਂ ਕਿਹੜੇ ਕਰਮ ਰਹਿ ਗਏ ਇੱਥੇ? ਕੋਈ ਕਰਮ ਮਾੜੇ ਔਰ ਚੰਗੇ ਸਭ ਕਰਮ ਖਤਮ ਹੋ ਗਏ। ਬਾਦ ਦਫਾ ਇਸ ਦੁਨੀਆ ਵਿੱਚ ਕਾਮ ਦੇ ਕਾਰਨ ਮੋਸਟ ਟ੍ਰੈਪਡ ਹੈ ਸਾਰੇ ਦੇ ਥਾਟ ਪ੍ਰੋਸੈਸ, ਸੈਕਸ਼ੂਅਲ ਡਿਜ਼ਾਇਰ ਔਰ ਸੈਕਸ਼ੂਅਲ ਐਨਰਜੀ ਵਿੱਚ, ਔਰ ਉਸੇ ਫੈਂਟਸੀ ਵਿੱਚ ਪੂਰੀ ਦੁਨੀਆ ਘੁੰਮਦੀ ਫਿਰਦੀ ਹੈ। ਕਿਉਂਕਿ ਰੰਗ ਚੜਾਤਾ ਅਸੀਂ ਇੱਕ ਵਾਰ ਮਨ ਵਿੱਚ, ਫਿਰ ਉਹ ਬਾਰ-ਬਾਰ ਸਾਹਮਣੇ ਆਉਂਦਾ ਰਹਿੰਦਾ ਹੈ। ਫਿਰ ਉਹਦੀ ਗਿਲਟ ਕਰਕੇ ਅੱਧੀ ਐਨਰਜੀ ਗਿਲਟ ਵਿੱਚ ਚਲੀ ਜਾਂਦੀ ਹੈ। ਦਰਅਸਲ ਕੀ ਹੈ ਕਿ ਜਿਹੜਾ ਆਨੰਦ ਦਾ, ਗੁਰੂ ਸਾਹਿਬ ਕਹਿ ਰਹੇ ਕਿ ਜਿਹੜਾ ਆਨੰਦ ਦਾ ਦਰਸ਼ਨ ਹੈ, ਅਗਰ ਉਹਦੀ ਇੱਕ ਵਾਰੀ ਝਲਕ ਮਿਲ ਜੇ ਤਾਂ ਇਹਨੇ ਰੰਗ ਫਿਰ ਚੜ੍ਹਨੇ ਨਹੀਂ, ਫਿਰ ਇਹਨਾਂ ਦੀ ਗ੍ਰਿਪ ਉਤਨੀ ਰਹੇਗੀ ਨਹੀਂ, ਰਹਿ ਹੀ ਨਹੀਂ ਸਕਦੀ। ਕਿਉਂਕਿ ਕਿਸੇ ਨੇ ਤੁਹਾਨੂੰ ਇੱਕ ਇਹੋ ਜਿਹਾ ਦਰਸ਼ਨ ਕਰਾਤਾ ਜਿੱਥੇ ਤੁਹਾਨੂੰ ਆਈਸਲੈਂਡ ਜਾਣ ਦੀ ਲੋੜ ਹੀ ਨਹੀਂ, ਆਨੰਦ ਇੱਥੇ ਘਰ ਬੈਠੇ ਹੋ ਗਿਆ ਔਰ ਪਰਮਾਨੈਂਟਲੀ ਹੋ ਗਿਆ, ਔਰ ਉਹ ਤੁਹਾਨੂੰ ਸਾਨੂੰ ਟਰਾਂਸਫਾਰਮ ਕਰ ਦੇਗਾ। ਤਾਂ ਉਹ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਕਿਸੇ ਨੇ ਥੋੜਾ ਜਿਹਾ ਚੱਖਿਆ ਹੋਏ ਔਰ ਕਿਸੇ ਨੂੰ ਭੰਡਾਰਾ ਮਿਲ ਗਿਆ ਹੋਵੇ। ਇਕਾਗਰ ਸੁਰਤ, ਜਦੋਂ ਦੇਖੋ ਮੈਨੂੰ ਐਕਸਪੀਰੀਅੰਸ ਨਹੀਂ ਹੈ, ਜਿਨ੍ਹਾਂ ਨੂੰ ਸੀਗਾ ਉਹ ਸਮਝਾਉਂਦੇ ਸਨ, ਤਾਂ ਫਿਰ ਇਹ ਸਾਰੀ ਫਿਜ਼ੀਕਲ ਡਿਜ਼ਾਇਰਸ ਦੀ ਕੈਚ ਪਕੜ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਕਿਉਂਕਿ ਮੇਰੀ ਸੁਰਤ ਇੰਨੇ ਆਨੰਦ ਵਿੱਚ ਡੁੱਬੀ ਹੋਈ ਹੈ, ਹੁਣ ਕਿਹੜਾ ਉਹਨੂੰ ਸੁੱਖ ਦੁੱਖ ਦੇ ਚੱਕਰ ਚ ਪਏ, ਉੱਥੇ ਉਹਨੂੰ ਰਸ ਹੀ ਨਹੀਂ ਆਉਂਦਾ ਇੰਨਾ। ਦਿਸ ਇਜ਼ ਫਾਰ ਮੋਰ ਇੰਟੈਂਸ, ਬਟ ਇਟ ਇਜ਼ ਵਿਦਾਊਟ ਕਾਜ਼, ਸਪੇਸ ਐਂਡ ਟਾਈਮ। ਉਹ ਆਨੰਦ ਜਿਹੜਾ ਐਬਸੋਲੂਟ ਹੈ, ਉਹਦੇ ਵਿੱਚ ਕੋਈ ਕਾਰਨ ਨਹੀਂ ਹੈ। ਜਿਵੇਂ ਅਸੀਂ ਕਹਿੰਦੇ ਸੀ, ਵੀ ਆਰ ਲੁਕਿੰਗ ਫॉर ਹੈਪੀਨੈਸ, ਵੀ ਵਾਂਟ ਪਰਮਾਨੈਂਟ ਹੈਪੀਨੈਸ, ਬਟ ਵੀ ਆਰ ਲੁਕਿੰਗ ਫॉर ਇਟ ਇਨ ਦ ਰੋਂਗ ਪਲੇਸ। ਭਗਤ ਸਦਨਾ ਕਹਿੰਦੇ ਮੈਂ ਨਹੀਂ, ਕਿਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਇਸ ਨੂੰ ਅਵਸਥਾ ਆਫ ਮਾਈਂਡ ਨੂੰ ਤੁਰਿਆ ਨਾਲ ਅਸੀਂ ਤੁਰਿਆ ਅਵਸਥਾ ਨਾਲ ਰਿਲੇਟ ਕਰਦੇ ਹਾਂ। ਜਾਗਰਤ, ਸੁਪਨ, ਸੁਖੋਪਤ, ਤੁਰਿਆ, ਇਹ ਚਾਰ ਸਟੇਟ ਆਫ ਮਾਈਂਡ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਹੈ। ਜਾਗਤ ਅਵੇਕਨ, ਜਦੋਂ ਮੈਂ ਜਗਿਆ ਹੋਇਆ, ਸੁਪਨੇ ਵਿੱਚ ਇਨ ਡ੍ਰੀਮਿੰਗ ਸਟੇਟ, ਸੁਖੋਪਤ ਸਬਕੌਨਸ਼ੀਅਸ, ਤੁਰਿਆ ਬਿਯੋਂਡ ਦ ਥਰੀ, ਦੈਟ ਸਟੇਟ ਆਫ ਮਾਈਂਡ ਜਿਸ ਨੂੰ ਉਨਮਨ ਕਹਿੰਦੇ। ਉਨਮਨ ਲਿਟਰਲੀ ਟ੍ਰਾਂਸਲੇਟਡ ਮੀਨਸ no mind, there is no thought, there is only focused mind, ekagar man. And I have transcended that sphere of my mind where all the pain, all the anxiety, all the stress, ਉਹ ਸਾਰਾ ਉਸੇ ਮਨ ਚ ਹੈਗਾ। ਆਨੰਦ ਦੀ ਅਵਸਥਾ ਵਿੱਚ ਆਜ਼ਾਦੀ ਹੈ। ਆਸਮਾਨ ਮਿਆਨੇ ਲਹਿੰਗ ਦਰਿਆ, ਗੁਸਲ ਕਰਦਨ ਬੂਦ, ਆਸਮਾਨ ਦੇ ਵਿੱਚ ਰਹਿੰਦਾ ਹੈ। ਆਸਮਾਨ ਮਤਲਬ ਇਨਫਾਈਨਾਈਟ, ਬਾਰਡਰਲੈਸ ਸਕਾਈ, ਡੀਪ ਸਕਾਈ, ਦਰਿਆ ਬਹਿੰਦਾ ਉੱਥੇ ਆਨੰਦ ਦਾ। ਹੁਣ ਕਿਸੇ ਨੂੰ
ਇਹ ਪਤਾ ਲੱਗ ਜੇ ਕਿ ਉਹਦੇ ਅੰਦਰ ਇੱਕ ਦਰਿਆ ਵਹਿ ਰਿਹਾ ਹੈ, ਐਂਡਲੈਸ ਰਿਵਰ ਆਫ ਹੈਪੀਨੈਸ ਵਹਿ ਰਹੀ ਹੈ ਅੰਦਰ, ਫਿਰ ਉਹਦਾ ਜੀਵਨ ਕਿਵੇਂ ਹੋ ਜਾਏਗਾ? ਇਮੇਜਿਨ ਕਰਨਾ ਤੁਸੀਂ, ਸਾਡੇ ਅਸੀਂ ਰੋਜ਼ਮर्रा ਦਾ ਜੀਵਨ ਜੀਏ, ਪਰ ਸਾਨੂੰ ਕੁਝ ਸਮਾਂ ਮਿਲ ਜੇ ਜਿਹਦੇ ਵਿੱਚ ਅਸੀਂ ਆਨੰਦ ਦੇ ਦਰਿਆ ਵਿੱਚ ਨਹਾ ਲਈਏ। ਗੁਸਲ ਕਰਦਨ ਬੂਦ, ਗੁਸਲਖਾਨਾ ਸ਼ਬਦ ਬਣਿਆ ਨਾ, ਗੁਸਲ ਕਰਦਨ, ਗੁਸਲਖਾਨਾ ਹੈ, ਪਰਸ਼ੀਅਨ ਵਰਡ ਤੋਂ ਆਇਆ ਮੇਰਾ ਖਿਆਲ, ਆਈ ਐਮ ਨॉट श्योर ਬਟ ਆਈ ਥਿੰਕ ਹੈ ਪਰਸ਼ੀਅਨ ਵਰਡ ਹੀ, ਕਿਉਂਕਿ ਇਸ ਸ਼ਬਦ ਵਿੱਚ ਭਗਤ ਕਬੀਰ ਨੇ ਪਰਸ਼ੀਅਨ ਵਰਤੀ ਹੈ। ਗੁਸਲਖਾਨਾ ਸ਼ਬਦ ਹੁੰਦਾ ਸੀ ਪੁਰਾਣੇ, ਜਦੋਂ when we were growing up this was very frequently used। ਅੱਜ ਕੱਲ ਤੇ ਬਾਥਰੂਮ ਹੋ ਗਿਆ ਨਾ ਹੁਣ। ਅਸਮਾਨ ਮਿਆਨੇ ਲਹਿੰਗ ਦਰਿਆ, ਅਸਮਾਨ ਮਿਆਨੇ ਮਤਲਬ ਮਿਆਨ ਵਿੱਚ ਰਹਿੰਦਾ। ਕਿਸੇ ਨੂੰ ਇਹ ਇੱਕ ਵਾਰ ਝਲਕ ਪੈ ਜੇ, this is possible for you and me both, don't take it far away from you, it's very close to us, this is what the whole issue is, it's closer to us than anything else, we need to use the right technique, the right method, gur shabad, we need to go in, we need to go beyond our thoughts। आजकल दुनिया भी बड़ी सिखाना शुरू हो गई ना, ध्यान ठीक तरह करा पा रहे हैं। आपनों मैं दसिया भी केड़ी-केड़ी दुकानां खुलियां, उस ਨੂੰ ਅਸੀਂ ਨਹੀਂ ਜਾਂਦੇ, but what I am trying to emphasize is this is an opportunity for us to change the way we live, and that's the crucial thing here। ਇਹ ਜਿਹੜੇ ਸ਼ਬਦ ਦਾ ਅਸੀਂ ਅਭਿਆਸ ਕਰਦੇ ਆ ਜਾਂ ਉਹਦਾ ਡਿਸਕਸ਼ਨ ਕਰਦੇ ਆ, ਅਗਰ ਉਹ ਮੇਰੇ ਲਾਈਫ ਦੇ ਪੈਟਰਨ ਨੂੰ ਬਦਲ ਦੇ, that's the miracle which is possible for each one of us। can we commit to that and say ਕਿ ਆਨੰਦ ਨੂੰ ਮੈਂ ਪ੍ਰਾਪਤ ਕਰਾਂਗਾ, ਮੈਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਨੰਦ ਰੂਪੀ ਦਰਸ਼ਨ ਕਰਾਂਗਾ, ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜਪਜੀ ਵਿੱਚ ਕਰਨਾ ਚਾਹੁੰਦਾ। ਔਰ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਪਿਆਰ ਨਾਲ ਕਈ ਵਾਰ ਸ਼ਬਦ ਵਿੱਚ ਸਮਝਾਉਂਦੇ ਨੇ, ਕਿੱਧਰ ਲੱਭਣ ਜਾਣਾ ਉਹ ਵੀ ਦੱਸ ਰਹੇ ਨੇ ਭਾਈ। ਸ਼ਬਦ ਸਾਨੂੰ ਗਾਈਡ ਕਰਦਾ ਰਹੇਗਾ। 1430 ਪੰਨੇ ਜਿਹੜੇ ਪਿਆਰ ਦੇ ਗੁਰੂਆਂ ਨੇ ਸਾਡੇ ਲਈ ਲਿਖੇ ਹੈ, that will keep us in the right direction। ਸੰਗਤ ਨਾਲ ਰਹੇ ਸਾਡੇ, ਉਹਦੀ ਕਿਰਪਾ ਰਹੇ, there's a possibility, we need to see if we can do this for ourselves। ਤਾਂ ਹੁਣ ਇਸ ਸ਼ਬਦ ਦੇ ਵਿੱਚ ਇਹ ਜਿਹੜੀ ਲਾਈਨ ਹੈ ਜਿਹਦੇ ਚ ਉਹ ਕਹਿੰਦੇ ਹੈ ਕਿ ਮੈਂ ਨਹੀਂ ਕਿਛ ਹਉ ਨਹੀਂ ਕਿਛ ਆਹੇ ਨਾ ਮੋਰਾ, ਇਹ ਤੁਰੀ ਅਵਸਥਾ ਦੀ ਗੱਲ ਚੱਲਦੀ ਹੈ। he had transcended the changing mind and gone into the unchanging mind, now he has transcended death, he is now in a realm which you can't take away the happiness from him। ਫਿਰ ਨਾਲ ਨਾਲ ਕਿਰਪਾ ਕਰਕੇ ਅਰਦਾਸ ਕਰਦੇ ਹੈ, ਅਵਸਰ ਲੱਜਾ ਰਾਖ ਲੈ ਸਦਨਾ ਜਨ ਤੇਰਾ, ਸਬਮਿਸ਼ਨ ਸਟੇਟ ਵਿੱਚ ਕਹਿੰਦੇ ਨੇ ਕਿ ਮੈਂ ਤੇ ਤੇਰਾ ਜਾਨਾ ਭਾਈ, ਮੇਰੇ ਅਵਸਰ, ਮੇਰਾ ਮੌਕਾ ਮਿਲਿਆ ਹੈ, ਮੇਰਾ ਮੌਕਾ ਮੈਨੂੰ ਸੰਭਾਲ ਦੇਈ। ਜਿਹੜਾ ਅਸੀਂ ਸਾਨੂੰ ਸਾਰਿਆਂ ਨੂੰ ਮੰਗਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨੀ ਹੈ, ਮੈਨੂੰ ਇਹ ਬੇਨਤੀ ਕਰਨੀ ਹੈ ਕਿ ਮੇਰਾ ਅਵਸਰ ਸੰਭਾਲ ਦੇਣਾ, ਮੇਰੇ ਹੱਥੋਂ ਨਾ ਨਿਕਲ ਜੇ ਮੌਕਾ। ਇਹ ਨਾ ਹੋਏ ਕਿ ਜੀਵਨ ਖਤਮ ਹੋ ਜਾਏ, ਕਹਾਣੀ ਖੁੱਲੇ ਨਾ। ਤੋ ਕਰਮ ਸਭ ਮੇਟ ਦੇਗਾ ਉਹ, ਅਗਰ ਉਹਦੇ ਪ੍ਰੇਮ ਵਿੱਚ ਲੀਨ ਹੋ ਜਾਵਾਂਗੇ। ਅੱਜ ਇੰਨੀ ਸਬਮਿਸ਼ਨ ਹੈ, ਇੰਨੀ ਬੇਨਤੀ ਹੈ, ਆਪ ਲੋਗ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਦੇਣਾ, ਗੁਰੂ ਮਹਾਰਾਜ ਹਾਜ਼ਰ ਨਾਜ਼ਰ ਜਾਣੀਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਬਦ ਰੂਪ ਵਿੱਚ ਪ੍ਰਗਟ ਜਾਣੀਏ,